लातों के भूत बातों से नहीं माने। ये थोड़ियां लत्तां खाणगे, चाहुंदे ते ये सी कि लत्तां मार के इन्हां नूं वेले सिर असीं खदेड़ दईए। ये राकेश टिकायत ने उन्हें फिर उधरों भी जानी बबक मारी है, जानी ਜਿਹੜੇ ਬੱਬਰ ਸ਼ੇਰ ਜਿਵੇਂ ਗਰਜਦਾ ਗਰਜੇ ਆ। ਉਹਨਾਂ ਨੇ ਕਿਹਾ ਕਿ KMP ਰੋਡ ਤੇ ਸਾਡਾ ਇੱਕ ਐਵੇਂ ਲਸ਼ਕਾਰਾ ਜਿਹਾ ਹੈ, ਇਹ ਨਹੀਂ ਫੌਜਾਂ ਪਿੱਛੇ ਹਟਣੀਆਂ। ਲੋਕਲ ਲੋਕ ਆਸ-ਪਾਸ ਆ, ਉਹਨਾਂ ਨੂੰ ਉੱਥੇ ਮਾੜਾ ਮੋਟਾ ਰੁਜ਼ਗਾਰ ਵੀ ਮਿਲਿਆ, ਰੋਟੀ ਪਾਣੀ ਮਿਲਦਾ ਹੀ ਆ, ਕੋਈ ਖੁਸ਼ ਆ, ਉਹਨਾਂ ਨੂੰ ਕੋਈ ਤਕਲੀਫ ਨਹੀਂ। ਇੱਥੇ ਰੁਕੇ ਨਹੀਂ ਆ ਇਕੱਲੇ ਕਿ ਉਹ ਬੈਠੇ ਇੱਥੇ ਹੁਣ ਮਾਲਾ ਫੜ ਕੇ ਲੱਗ ਪਏ ਆ ਰੱਬ ਦੇ ਅੱਗੇ ਅਰਦਾਸਾਂ ਕਰਨ ਲੱਗ ਪਏ। ਉਹ ਲਗਾਤਾਰ ਸਾਰੇ ਦੇਸ਼ ਦੇ ਵਿੱਚ ਫੈਲਣਾ ਸ਼ੁਰੂ ਕਰਤਾ। ਜੇ ਇਹਨਾਂ ਨੂੰ ਵੈਸਟ ਬੰਗਾਲ ਦੇ ਵਿੱਚ ਧੂਲ ਚਟਾਤੀ ਜਾਏ ਤਾਂ ਫਿਰ ਬਾਕੀ ਜਗ੍ਹਾ ਤੇ ਉੱਠਣ ਜੋਗੇ ਨਹੀਂ, ਇਹਨਾਂ ਦੀ ਪਿੱਠ ਟੁੱਟ ਜੂਗੀ, ਫਿਰ ਇਹ ਅੜਾਂਦੇ ਡਿੱਗ ਪੈਣਗੇ। 3 ਬਿੱਲਾਂ ਤੋਂ ਮੂਵਮੈਂਟ ਚੱਲੀ, ਉਹ ਅੱਜ ਦੀ ਤਰੀਕ ਦੇ ਵਿੱਚ ਮੋਦੀ ਦੇ ਗਲਾਵੇਂ ਨੂੰ ਹੱਥ ਨੂੰ ਪਾਉਣ ਨੂੰ ਬੈਠੀ ਹੋਈ ਆ ਜਾ ਕੇ ਵੈਸਟ ਬੰਗਾਲ। ਇਹ ਮੋਦੀ ਸਰਕਾਰ ਨਾਲ ਬਿਲਕੁਲ ਇਹੋ ਹੀ ਹੋਣਾ। ਇਹਨਾਂ ਨੇ 3 ਕਾਨੂੰਨ ਤੇ ਵਾਪਸ ਲੈਣੇ, ਸਰਕਾਰ ਵੀ ਇੱਥੋਂ ਗਵਾ ਲੈਣੀ। ਇਹਨਾਂ ਕਾਨੂੰਨਾਂ ਦੇ ਬਹਾਨੇ ਇਹ ਸਾਰਾ ਚਿਹਰਾ ਵਨ ਆਫਟਰ ਦਾ ਅਦਰ ਲਗਾਤਾਰ ਨੰਗਾ ਹੋ ਰਿਹਾ। ਹੁਣ ਇਹ ਲੜਾਈ ਇੱਥੇ 3 ਕਾਨੂੰਨਾਂ ਤੇ ਨਹੀਂ ਰੁਕਣੀ। ਇਹ ਲੜਾਈ ਦੇਸ਼ ਦੇ ਅੰਦਰ ਸੰਵਿਧਾਨ ਬਚਾਉਣ ਦੀ ਆ। ਇਹ ਲੜਾਈ ਦੇਸ਼ ਦੇ ਅੰਦਰ ਦਲਿਤ ਸਮੁਦਾਇ ਨੂੰ ਸਸ਼ਕਤ ਕਰਨ ਦੀ ਹੋਊਗੀ। ਇਹ ਲੜਾਈ ਦੇਸ਼ ਦੇ ਅੰਦਰ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੋਊਗੀ। ਔਰ ਇਹ ਲੜਾਈ ਇਕੱਲੀ ਬਚਾਓ ਦੀ ਨਹੀਂ ਹੋਊਗੀ, ਸਾਡੇ ਹੱਕ ਇੱਥੇ ਰੱਖ ਵਾਲੀ ਵੀ ਗੱਲ ਚੱਲੂਗੀ। ਉਲਟੇ ਪੂਰਾ ਦੇਸ਼ ਵੇਚਣਾ ਲਾਤਾ, ਪਬਲਿਕ ਸੈਕਟਰ ਵੇਚਣਾ ਲਾਤਾ, ਤੇ ਦਲਿਤ ਕਿੱਥੇ, ਰਿਜ਼ਰਵੇਸ਼ਨ ਕਿੱਥੇ ਮਿਲੂਗੀ ਉਹਨਾਂ ਨੂੰ ਜੇ ਪੂਰਾ ਦੇਸ਼ ਹੀ ਵੇਚਤਾ ਤੇ। ਨਹੀਂ ਤੇ ਜੇ ਮੋਦੀ ਹੁਣੀ ਫੌਜਾਂ ਚੜਾ ਦਿੰਦੇ ਆ, ਇੱਥੇ ਤੱਕ ਗੱਲ ਹੋ ਸਕਦੀ, ਕਿਉਂਕਿ ਉਹਨਾਂ ਨੇ ਕੰਟਰੋਲ ਹਰ ਕਿਤੇ ਕੀਤਾ। ਤੇ ਸਾਡੀ ਫੌਜ ਆ ਉਹ ਤਾਂ ਲਗਾਤਾਰ ਮਾਰਚ ਫਾਰਵਰਡ ਜਿਹੜੀ ਕਰ ਰਹੇ ਆ, ਹੈ ਨਾ, ਉਹ ਅੱਗੇ ਵਧ ਰਹੇ ਆ। ਔਰ ਚੱਲਦੇ ਜਾਣੀ ਐਨ ਮੋਦੀ ਦੇ ਗੁਲਾਮੇ ਤੱਕ ਪਹੁੰਚਦੇ ਜਾਂਦੇ ਆ, ਇੰਚ ਬਾਈ ਇੰਚ। ਔਰ ਉਹ ਤੁਸੀਂ ਦੇਖੋ ਉਹਦੇ 'ਚ ਕਾਮਯਾਬੀ ਹੋਣਗੇ। ਇਹ ਇਹਨਾਂ ਦੇ ਮਨ ਵਿੱਚ ਆ ਕਿ ਕਿਸਾਨਾਂ ਨੂੰ ਤੇ ਆੜ੍ਹਤੀਆਂ ਨੂੰ ਆਪਸ ਵਿੱਚ ਲੜਾ ਦਈਏ। ਵਿਜ਼ਨ ਪੰਜਾਬ TV ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਕੌਮਿਤਾ ਮਿਨਹਾਸ ਤੇ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਸਟ੍ਰੇਟ ਟਾਕ ਵਿੱਚ ਅੱਜ ਕੁਝ ਅਹਿਮ ਮੁੱਦਿਆਂ ਤੇ ਗੱਲਬਾਤ ਕਰਾਂਗੇ ਤੇ ਗੱਲਬਾਤ ਲਈ ਸਾਡੇ ਨਾਲ ਮੌਜੂਦ ਨੇ ਸਿਆਸੀ ਮਾਹਿਰ ਪ੍ਰੋਫੈਸਰ ਮਨਜੀਤ ਸਿੰਘ ਜੀ। ਸਰ ਬਹੁਤ ਸਵਾਗਤ ਹੈ ਤੁਹਾਡਾ ਵਿਜ਼ਨ ਪੰਜਾਬ TV ਤੇ। ਸਰ ਕਿਸਾਨ ਅੰਦੋਲਨ ਦੀ ਗੱਲ ਕਰਦੇ ਹਾਂ ਤਾਂ ਕਿਸਾਨ ਅੰਦੋਲਨ ਦੇ ਦਿੱਲੀ ਦੇ ਵਿੱਚ 100 ਦਿਨ ਜਿਹੜੇ ਪੂਰੇ ਹੋ ਚੁੱਕੇ ਆ। ਹਾਲਾਂਕਿ ਕੱਲ੍ਹ ਜਿਹੜੀ ਉਹਨਾਂ ਦੇ 100 ਦਿਨ ਪੂਰੇ ਹੋਣ 'ਤੇ ਜਿਹੜੀ ਕਾਲ ਸੀ KMP ਜਿਹੜਾ ਹਾਈਵੇ ਉਸ ਉੱਤੇ ਵੀ ਉਹਨਾਂ ਨੇ ਜਾਮ ਲਗਾਇਆ ਤੇ ਉਹ ਸਫਲਤਾਪੂਰਵਕ ਰਿਹਾ ਕੱਲ੍ਹ ਵਾਲਾ ਵੀ। ਸੋ ਪੂਰੇ ਆਲ ਓਵਰ ਜੇ ਅਸੀਂ 100 ਦਿਨ ਦੇ ਦਿੱਲੀ ਦੇ ਅੰਦੋਲਨ ਨੂੰ ਦੇਖਦੇ ਹਾਂ ਤਾਂ ਕਿਵੇਂ ਉਸ ਨੂੰ ਤੁਸੀਂ ਦੇਖਦੇ ਹਾਂ ਕਿ ਕਿੰਨਾ ਕੁ ਸਫਲ ਰਿਹਾ, ਕੀ ਕੁਛ ਚੁਣੌਤੀਆਂ ਰਹੀਆਂ ਹੁਣ ਤੱਕ? ਮੈਨੂੰ ਲੱਗਦਾ ਕੌਮਿਤਾ ਕਿ ਇਸ ਵੇਲੇ ਫੌਜਾਂ ਜਿਹੜੀਆਂ ਤਣੀਆਂ ਹੀ ਹੋਈਆਂ, ਇੱਧਰੋਂ ਵੀ ਘੱਟ ਕੋਈ ਨਹੀਂ ਹੈ, ਕਿਸਾਨਾਂ ਵੱਲੋਂ ਵੀ ਇਹਨਾਂ ਨੂੰ ਵੀ ਸਮਝ ਪੈ ਗਈ ਹੈ ਕਿ ਇਹ ਜਿਹੜੇ ਆ ਨਾ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨੇ। ਇਹ ਥੋੜੀਆਂ ਲੱਤਾਂ ਖਾਣਗੇ, ਚਾਹੁੰਦੇ ਤੇ ਇਹ ਸੀ ਕਿ ਲੱਤਾਂ ਮਾਰ ਕੇ ਇਹਨਾਂ ਨੂੰ ਵੇਲੇ ਸਿਰ ਅਸੀਂ ਖਦੇੜ ਦਈਏ, ਪਰ ਜੋ ਹਾਲਾਤ ਅੱਜ ਬੜੀ ਸਾਫ਼ ਨਜ਼ਰ ਆ ਰਹੀ ਹੈ ਉਹਦੇ ਤੋਂ ਕੌਮਿਤਾ ਇਹੀ ਹੈ ਕਿ ਅਜੇ ਕੁਛ ਇਹ ਖਿੱਚੋ ਤਾਣ ਅੱਗੇ ਫੌਜਾਂ ਹੋਰ ਵਧਣਗੀਆਂ, ਕਿਸਾਨ ਹੋਰ ਦਬਾਅ ਪਾਉਣਗੇ ਤੇ ਫਿਰ ਥੱਲੇ ਉਤਰ ਆਉਣਗੇ। ਫਾਰ ਇੰਸਟੈਂਸ ਜਿਹੜਾ ਕੱਲ੍ਹ ਵਾਲਾ ਇੰਨਾ ਕਾਮਯਾਬ ਜਿਹੜਾ KMP ਰੋਡ ਕਹਿੰਦੇ ਆ ਉਹਨੂੰ, ਉਹ ਵੱਡੀ ਰੋਡ ਆ, ਦਿੱਲੀ ਦੇ ਚਾਰੋਂ ਪਾਸੇ ਜਾਂਦੀ ਹੈ ਤੇ ਉਸ ਨੂੰ 5 ਘੰਟੇ ਰੋਕੀ ਰੱਖਣਾ ਇਹ ਛੋਟੀ ਗੱਲ ਨਹੀਂ ਹੈਗੀ। ਉਹ ਸਾਰਾ ਕਰਨ ਤੇ ਜਿਹੜਾ ਬਿਆਨ ਰਾਜੇਵਾਲ ਦਾ ਆਇਆ ਵੀ ਅਸੀਂ ਤਾਂ 3 ਕਾਨੂੰਨ ਵਾਪਸ ਹੋਣ ਤੱਕ ਇੱਥੇ ਡਟੇ ਰਹਾਂਗੇ। ਹਾਲਾਂਕਿ MSP ਇਨ ਐਡੀਸ਼ਨ ਹੈਗੀ ਹੈ ਕਿ ਉਹ ਵੀ ਤੇ 3 ਕਾਨੂੰਨ ਵਾਪਸ ਹੋਣ ਤੇ MSP ਦੀ ਗਰੰਟੀ ਹੋਵੇ, ਉਹ ਕਾਨੂੰਨ ਵੀ ਚਾਹੁੰਦੇ ਆ। ਇਹ ਸਾਰਾ ਮਿਲਾ ਕੇ ਅਜੇ ਉਹ ਫੌਜਾਂ ਉੱਥੇ। ਦੂਜੇ ਪਾਸੇ ਤੋਮਰ ਸਾਹਿਬ ਦਾ ਵੀ ਬਿਆਨ ਆ ਗਿਆ, ਉਹਨਾਂ ਨੇ ਕਿਹਾ ਦੇਖੋ ਜੀ ਅਸੀਂ ਜੋ ਵੀ ਤਰਮੀਮਾਂ ਕਹਿੰਦੇ ਆ ਕਰ ਲੈਂਦੇ, ਉਹ ਵੀ ਉੱਥੇ ਹੀ ਅੜੇ ਆ। ਮਤਲਬ ਇਹ ਤਰਮੀਮਾਂ ਵਾਲੀ ਪੁਰਾਣੀ ਗੱਲ ਮਹੀਨੇ ਤੋਂ ਵੀ ਉੱਪਰ ਹੋ ਗਿਆ, 1.5 ਮਹੀਨਾ ਹੋ ਗਿਆ ਉੱਥੇ ਆ, 22 ਜਨਵਰੀ ਤੋਂ ਅੜੇ ਹੋਏ ਆ। ਉਦੋਂ ਅੱਗੇ ਤੁਸੀਂ ਦੇਖਿਆ ਜਾਏ ਕਿ ਰਾਕੇਸ਼ ਟਿਕਾਇਤ ਨੇ ਉਹਨੇ ਫਿਰ ਉਧਰੋਂ ਵੀ ਜਾਣੀ ਬਬਕ ਮਾਰੀ ਹੈ, ਜਾਣੀ ਜਿਹੜੇ ਬੱਬਰ ਸ਼ੇਰ ਜਿਵੇਂ ਗਰਜਦਾ ਗਰਜੇ ਆ। ਉਹਨਾਂ ਨੇ ਕਿਹਾ ਕਿ
KMP ਰੋਡ ਤੇ ਸਾਡਾ ਇੱਕ ਐਵੇਂ ਲਿਸ਼ਕਾਰਾ ਜਿਹਾ ਹੈ, ਜਿਵੇਂ ਜਸਟ ਮਤਲਬ ਆਪਾਂ ਇੱਕ ਮਾੜੀ ਜਿਹਾ ਟ੍ਰੇਲਰ ਦਿਖਾਇਆ ਤੁਹਾਨੂੰ। ਫਿਰ ਜੇ ਤੁਸੀਂ ਨਹੀਂ ਆਖੇ ਲੱਗੋਗੇ ਫਿਰ ਅਸੀਂ ਹੋ ਸਕਦਾ ਜਾਣੀ ਪੂਰੀ ਦਿੱਲੀ ਨੂੰ ਸਵਾਰ ਕੇ ਬੰਦ ਕਰ ਦਿਆਂਗੇ। ਜੇ ਤੁਹਾਨੂੰ ਨਹੀਂ ਇੰਨੇ 'ਚ ਸ਼ਾਂਤੀ ਹੋਈ ਜਾਂ ਤੁਹਾਡੀ ਸੈਟਿਸਫੈਕਸ਼ਨ ਨਹੀਂ ਤੇ ਉਹ ਵੀ ਕਰਵਾ ਦਿਆਂਗੇ। ਇਹਨੂੰ ਮੈਂ ਤਾਂ ਇਹ ਸਾਰੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਜੋੜ ਕੇ ਗੱਲ ਕਰ ਰਿਹਾ। ਫੌਜਾਂ ਤਣੀਆਂ ਹੋਈਆਂ, ਫਿਰ ਸਵਾਲ ਅਗਲਾ ਉੱਠਦਾ ਵੀ ਹੱਲ ਕੀ ਹੋਊ, ਕਿੱਥੇ ਜਾਊ, ਕਿੰਨਾ ਲੱਗੂ ਜੀ। ਇਹ ਦੇਖੋ ਕੋਈ ਵੀ ਜਿਹੜੀ ਇਹੋ ਜਿਹਾ ਵੱਡਾ ਯੁੱਧ ਕੌਮੀ ਦਾ ਹੁੰਦਾ ਆ ਨਾ, ਉਹਦੇ 'ਚ ਇਹਨੂੰ ਕਹਿੰਦੇ ਆ ਵਾਰ ਆਫ ਵਿਟਸ, ਇੱਕ ਦੂਜੇ ਨੂੰ ਜਰਕਾਉਣਾ ਹੁੰਦਾ। ਇੱਧਰੋਂ ਸਾਡੇ ਬੰਦਿਆਂ ਨੇ ਕੀ ਕੀਤਾ ਕਿ ਸੜਕ ਦੇ ਉੱਤੇ ਪੱਕੀਆਂ ਬਿਲਡਿੰਗਾਂ ਪਾਉਣੀਆਂ ਸ਼ੁਰੂ ਕਰਤੀਆਂ। ਇੱਕ ਟਰਾਲੀ ਗਈ ਆ ਜਿਹਦੇ ਵਿੱਚ ਪੱਖੇ ਵੀ ਲੱਗੇ ਹੋਏ ਆ, AC ਵੀ ਲੱਗਾ ਹੋਇਆ, ਜਿਹਦੇ 'ਚ ਬਿਸਤਰੇ ਬੁਸਤਰੇ ਤੇ ਸਾਰੇ ਬੱਚੇ ਵੱਡਾ ਟਰਾਲਾ ਬਣਾ ਕੇ ਲੈ ਕੇ ਗਏ ਆ, ਵਿੱਚ ਟੈਲੀਵਿਜ਼ਨ ਲੱਗਾ ਆ, ਜਾਣੀ ਐਨ ਜਿਵੇਂ ਤੁਸੀਂ ਵੱਡੇ ਕਿਸੇ IAS ਅਫਸਰ ਦਾ ਦਫ਼ਤਰ ਹੋਵੇ, ਇਹੋ ਜਿਹੀ ਉਹ ਟਰਾਲੀ ਬਣਾ ਕੇ ਪੰਜਾਬ ਤੋਂ ਉੱਥੇ ਲੈ ਗਿਆ ਤੇ ਗੱਡਤੀ। ਲੈ ਆ ਬੈਠੇ ਆ, ਬੈਠੋ 10 ਸਾਲ ਤੁਸੀਂ, ਜਿਹੜਾ ਅਸੀਂ ਨਹੀਂ ਹਿਲਦੇ ਕੀ ਕਰੋਗੇ? ਸੜਕ ਤੇ ਸਾਡਾ ਕਬਜ਼ਾ ਹਾਈਵੇ ਤੇ ਆ, ਬਥੇਰੀ ਚੌੜੀ ਸੜਕ ਆ, ਤੇ ਸਾਨੂੰ ਤੇ ਕਿਤੇ 4 ਫੁੱਟ ਜਗ੍ਹਾ ਮਿਲ ਜੇ ਤੇ ਅਸੀਂ ਤੇ ਉਹ 'ਚ ਨਾ ਉੱਠੀਏ। ਸਾਨੂੰ ਤੇ ਪੂਰੀ ਏਕੜਾਂ ਦੀ ਏਕੜ ਜਿਹੜੀ ਆ ਹੈਕਟੇਅਰ ਕਈ ਕਿਲੋਮੀਟਰ 'ਚ ਜਗ੍ਹਾ ਮਿਲੀ ਹੋਈ ਆ। ਇਹ ਨਹੀਂ ਫੌਜਾਂ ਪਿੱਛੇ ਹਟਣੀਆਂ। ਇਹਦਾ ਮਤਲਬ ਇਹ ਹੈਗਾ, ਜਿਹੜਾ ਦੂਜੇ ਪਾਸੇ ਤੁਸੀਂ ਵੀ ਦੇਖਿਆ ਹੋਣਾ, ਮੈਂ ਵੀ ਵੇਖ ਕੇ, ਸਾਡੇ ਬਾਹਰ ਵਾਲੇ ਸੱਜਣਾਂ ਨੇ ਵੀ ਦੇਖਿਆ ਹੋਊਗਾ ਕਿ ਵੱਡੇ ਵੱਡੇ ਬੋਰ ਕੱਢਣੇ ਸ਼ੁਰੂ ਕਰਤੇ ਆ ਜੀ। ਬਿਲਕੁਲ ਉੱਥੇ ਜਾਣੀ ਟਿਊਬਵੈੱਲ ਲਾਉਣੇ ਸ਼ੁਰੂ ਕਰਤੇ ਆ। ਪੰਜਾਬ ਵਾਲੇ ਪੰਜਾਬੀ ਹੋਣ ਤੇ ਪਾਣੀ ਤੋਂ ਬਗੈਰ ਕਿਵੇਂ? ਇਹਨਾਂ ਨੂੰ ਤੇ 5 ਆਬਾਂ ਦੀ ਧਰਤੀ ਨੂੰ ਪਾਣੀ ਤੋਂ ਬਗੈਰ ਤੇ ਸਰਦਾ ਨਹੀਂ। ਇਹਨਾਂ ਨੇ ਕਿਹਾ ਟਿਊਬਵੈੱਲ ਕੱਢੋ, ਮਸ਼ੀਨਾਂ ਲੈ ਗਏ, ਟਿਊਬਵੈੱਲ ਖੋਦੇ ਜਾ ਰਹੇ ਆ। ਹੁਣ ਉਹ ਸਦਾ ਲਈ ਟਿਊਬਵੈੱਲ ਉੱਤੇ ਲੋਕਾਂ ਨੂੰ ਕੰਮ ਦਿਆ ਕਰਨਗੇ। ਆਂਢ ਗੁਆਂਢ ਦੇ ਵਿੱਚ ਲੋਕ ਬੜੇ ਖੁਸ਼ ਆ ਵੀ ਇਹ ਸਾਡੇ ਦੇ ਏਰੀਏ ਦਾ ਵੀ ਵਿਕਾਸ ਕਰ ਰਹੇ ਆ ਕਿਸਾਨ ਆ ਕੇ। ਇਹ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ। ਪਰ ਇਹਨਾਂ ਨੇ ਉਹਨਾਂ ਲੋਕਾਂ ਨੂੰ ਵਿਰੋਧ ਕਰਨ ਲਈ ਕੌਮੀਤਾ ਜਿਹੜੇ ਲੋਕਲ ਲੋਕ ਆਸ-ਪਾਸ ਆ, ਉਹਨਾਂ ਨੂੰ ਉੱਥੇ ਮਾੜਾ ਮੋਟਾ ਰੁਜ਼ਗਾਰ ਵੀ ਮਿਲਿਆ, ਰੋਟੀ ਪਾਣੀ ਮਿਲਦਾ ਹੀ ਆ, ਕੋਈ ਖੁਸ਼ ਆ, ਉਹਨਾਂ ਨੂੰ ਕੋਈ ਤਕਲੀਫ ਨਹੀਂ। ਕਈ ਉੱਥੇ ਰਹਿਣ ਲਈ ਵੀ ਸਾਡੇ ਕਿਸਾਨ ਵੀਰ ਉਹਨਾਂ ਕੋਲ ਕਿਰਾਏ 'ਤੇ ਮਕਾਨ ਵਗੈਰਾ ਲਏ ਹੋਣਗੇ, ਇਸ ਕਰਕੇ ਉਹਨਾਂ ਨੂੰ ਕੋਈ ਸਾਡੀ ਇਸ ਕਿਸਮ ਦੀ ਦੁੱਖ ਨਹੀਂ ਹੈ। ਪਰ ਸਰਕਾਰ ਨੇ ਉਹਨਾਂ ਪਿੰਡਾਂ ਨੂੰ ਜਿਹੜੀਆਂ ਪਿਛਲੇ ਪਾਸੇ ਹੁੰਦੀਆਂ ਸੜਕਾਂ ਆਉਂਦੀਆਂ ਉਹ 'ਚ ਟੋਏ ਪੁੱਟਦੇ ਆ। ਬਿਲਕੁਲ, ਤਾਂ ਜੋ ਉੱਥੇ ਸਥਾਨਕ ਲੋਕ ਜਿਹੜੇ ਨੇ ਉਹ ਕਿਸਾਨਾਂ ਦੇ ਵਿਰੋਧ ਵਿੱਚ ਆ ਜਾਣ। ਸੋ ਇਹ ਕੁਝ ਰਣਨੀਤੀਆਂ ਬਣਾਉਣ ਦੇ ਲਈ ਬਹੁਤ ਕੁਝ ਬੀਤੇ ਦਿਨਾਂ ਵਿੱਚ ਹੋਇਆ। ਰਸਤੇ ਰੋਕ ਦਿੱਤੇ ਗਏ, ਜਿਹੜੇ ਉਹਨਾਂ ਦੇ ਜਿਹੜੇ ਸਥਾਨਕ ਲੋਕ ਸੀ ਉਹਨਾਂ ਦੇ ਆਉਣ ਜਾਣ ਦੇ ਲਈ ਜਿਹੜੇ ਰਸਤੇ ਸੀ ਉਹ ਰੋਕ ਦਿੱਤੇ ਗਏ। ਸੋ ਅਜਿਹੇ ਬਹੁਤ ਸਾਰੇ ਹੱਥਕੰਡੇ ਅਪਣਾਏ ਗਏ, ਪਰ ਦੇਖਣ ਵਿੱਚ ਇਹੀ ਆਇਆ ਕਿ ਉਹ ਲੋਕ ਅਜੇ ਵੀ ਜਿਹੜੇ ਕਿਸਾਨਾਂ ਦੇ ਨਾਲ ਹੀ ਖੜੇ ਨੇ। ਹਾਂ ਬਿਲਕੁਲ, ਫਿਰ ਇਸੇ ਕਰਕੇ ਕਿਉਂਕਿ ਹੁਣ ਪਾਣੀ ਗਾਂ ਗਰਮੀਆਂ 'ਚ ਬੜੀ ਲੋੜ ਪੈਣੀ ਆ, ਪਾਣੀ ਦੇ ਟਰੱਕ ਨਹੀਂ ਆਉਣਗੇ ਤੇ ਲੋਕ, ਉਹਨਾਂ ਦੀ ਸਰਕਾਰ ਇਹ ਸੋਚਦੀ ਹੈ ਵੀ ਅਸੀਂ ਇਹਨਾਂ ਦਾ ਰਾਸ਼ਨ ਪਾਣੀ ਦੀ ਸਪਲਾਈ ਬੰਦ ਕਰ ਦਈਏ। ਬਾਹਰੋਂ ਸਬਜ਼ੀਆਂ ਆਉਂਦੀਆਂ, ਦੁੱਧ ਆਉਂਦੇ ਆ, ਹੋਰ ਆਉਂਦਾ, ਲੋਕ ਆਉਂਦੇ ਆ, ਇਹ ਸਾਰੇ ਨੂੰ ਜੇ ਇਹਨਾਂ ਦੀ ਨਾਕਾਬੰਦੀ ਜਿਵੇਂ ਆਰਮੀ 'ਚ ਕਰੀਦਾ, ਮਤਲਬ ਬਿਲਕੁਲ ਆਰਮੀ ਦੇ ਪੈਟਰਨ ਦੇ ਉੱਤੇ ਆ ਕਿ ਇਹਨਾਂ ਦੀਆਂ ਪਿੱਛੋਂ ਸੜਕਾਂ ਕੱਟ ਕੇ ਟੋਏ ਮਾਰ ਕੇ ਤੇ ਇਹਨਾਂ ਦੇ ਪਾਣੀ ਨਾ ਇਹਨਾਂ ਨੂੰ ਪਹੁੰਚਣ ਤਾ, ਜਾਂ ਹੋਰ ਰਾਸ਼ਨ ਨਾ ਪਹੁੰਚਣ ਤਾ, ਟੈਂਟ ਦੀ ਸਪਲਾਈ ਜਾਂ ਹੋਰ ਕੋਈ ਸਪਲਾਈ ਕਰਦੇ ਆ ਉਹ ਨਾ ਪਹੁੰਚੇ। ਤੇ ਪਰ ਜਦੋਂ ਲੋਕ ਚੱਲ ਪੈਣ ਉਹ ਟੋਇਆਂ ਦੀ ਥੋੜ੍ਹੀ ਆ, ਟੋਏ ਤਾਂ ਮਜ਼ਦੂਰ ਹੀ ਮਾਰਦੇ ਆ। ਇਹ ਮਜ਼ਦੂਰ ਹੀ ਬੈਠੇ ਆ ਉੱਥੇ, ਸਾਰੇ ਮਿੰਟ 'ਚੋਂ ਦੀ ਭਰ ਲੈਣਗੇ ਜੇ ਲੋੜ ਪਈ। ਤੇ ਇੰਨਾ ਸੌਖਾ ਕੰਮ ਨਹੀਂ ਹੈ। ਜਿਹੜੇ ਛੋਟੀਆਂ ਛੋਟੀਆਂ ਕਰਤੂਤਾਂ, ਕਾਲੀਆਂ ਕਰਤੂਤਾਂ ਕਰ ਰਹੇ ਆ ਬੜੇ ਛੋਟੇ ਲੈਵਲ 'ਤੇ, ਬੜਾ ਹੋਸ਼ੇਪਣ ਦਾ ਸਬੂਤ ਜਿਹੜੀ ਸਰਕਾਰ ਦੇ ਰਹੀ ਹੈ, ਉਸ ਦੇ ਨਾਲ ਕੜੱਤਣ ਤੇ ਚਿੜ ਵੱਧ ਰਹੀ ਹੈ, ਗੁੱਸਾ ਵੱਧ ਰਿਹਾ। ਕੋਈ ਨੇੜੇ ਹੋਣ ਦੀ ਗੱਲ ਜਾਂ ਕਿਸੇ ਸ਼ਾਂਤਮਈ ਢੰਗ ਨਾਲ ਗੱਲ ਦੀ ਕੋਈ ਹੱਲ ਨਿਕਲਣ ਵੱਲ ਸਾਨੂੰ ਬਹੁਤਾ ਅਜੇ ਹਾਲ ਦੀ ਘੜੀ ਦਿਖਦਾ ਨਹੀਂ। ਮੈਂ ਇੱਥੇ ਇੱਕ ਗੱਲ ਦੱਸ ਦਿਆਂ ਕਿ ਉਹੀ ਗੱਲ ਜਿਵੇਂ ਮੈਂ ਅੱਗੇ ਕਿਹਾ ਸੀਗਾ, ਲਾਤੋਂ ਕੇ ਬਾਤੋਂ ਕੇ ਭੂਤ ਵਾਲੀ ਗੱਲ ਹੈ। ਕਿਸਾਨਾਂ ਨੇ ਇੱਥੇ ਰੁਕੇ ਨਹੀਂ ਆ ਇਕੱਲੇ ਕਿ ਉਹ ਬੈਠੇ ਇੱਥੇ ਹੁਣ ਮਾਲਾ ਫੜ ਕੇ ਲੱਗ ਪਏ ਆ, ਰੱਬ ਦੇ ਅੱਗੇ ਅਰਦਾਸਾਂ ਕਰਨ ਲੱਗ ਪਏ। ਉਹ ਲਗਾਤਾਰ ਸਾਰੇ ਦੇਸ਼ ਦੇ ਵਿੱਚ ਫੈਲਣਾ ਸ਼ੁਰੂ ਕਰਤਾ। ਬਿਲਕੁਲ, ਅਸੀਂ ਵੀ ਇੱਥੋਂ ਮੋਹਾਲੀ ਤੋਂ ਰਾਜੇਵਾਲ ਸਾਹਿਬ, ਮੈਂ, ਚੜੂਨੀ ਇਕੱਠੇ ਕਲਕੱਤੇ ਜਾ ਰਹੇ 11 ਨੂੰ। ਇਸ ਤਰ੍ਹਾਂ ਹੀ ਹੋਰ ਜੋਗਿੰਦਰ ਯਾਦਵ ਹੁਣੀ, ਹੋਰ ਬਹੁਤ ਸਾਰੇ ਲੀਡਰ ਦਿੱਲੀੋਂ ਜਾ ਰਹੇ ਆ। ਮੈਨੂੰ ਹੁਣੇ ਕਲਕੱਤੇ ਤੋਂ ਫੋਨ ਆਇਆ ਕਿ ਇਕੱਲੇ ਪੰਜਾਬ ਦੇ ਕਿਸਾਨ ਦੀ, ਪੰਜਾਬ, ਹਰਿਆਣਾ ਅਤੇ UP ਦੇ ਕਿਸਾਨ ਹੀ ਨਹੀਂ ਕਲਕੱਤੇ ਵੱਲ ਮੂਵ ਕਰ ਰਹੇ, ਕਿਉਂਕਿ ਉੱਥੇ ਸਭ ਤੋਂ ਕਰੂਸ਼ੀਅਲ ਸਟੇਟ ਹੈਗੀ ਹੈ। ਬਲਕਿ ਝਾਰਖੰਡ ਤੋਂ, ਪਟਨੇ ਤੋਂ, ਹੋਰਨਾਂ ਸੂਬਿਆਂ ਤੋਂ ਵੀ ਜਿੱਥੇ ਚੋਣਾਂ ਨਹੀਂ ਹੋ ਰਹੀਆਂ, ਵੱਡੇ ਪੱਧਰ 'ਤੇ ਜਿਨ੍ਹਾਂ ਦੇ ਕਨੈਕਸ਼ਨ ਉੱਥੇ ਹੈਗੇ ਆ ਵੈਸਟ ਬੰਗਾਲ ਦੇ ਵਿੱਚ, ਜਾਂ ਜਿੱਥੇ ਵੈਸਟ ਬੰਗਾਲ ਦੇ ਵਿੱਚ ਜਾ ਕੇ ਹਿੰਦੀ 'ਚ ਲੋਕ ਗੱਲ ਕਰ ਸਕਦੇ ਆ,
ਉਹ ਵੱਡੇ ਪੱਧਰ ਤੇ ਪਹੁੰਚ ਰਹੇ ਆ। ਤੇ ਸੁਣਨ 'ਚ ਇਹ ਆਇਆ ਕਿ 294 ਕਾਂਸਟੀਚੁਐਂਸੀ ਦੀਆਂ 294 ਕਾਰਾਂ 12 ਤਰੀਕ ਨੂੰ ਐਨ ਸਾਰੇ ਦੇ ਸਾਰੇ ਕੱਲੀ ਕੱਲੀ ਕਾਂਸਟੀਚੁਐਂਸੀ ਦੇ ਵਿੱਚ ਬਾਹਰੋਂ ਕਿਸਾਨਾਂ ਦੀਆਂ ਹੋਰਨਾਂ ਦੀਆਂ ਫੈਲ ਜਾਣਗੀਆਂ। ਉਹਨਾਂ ਦਾ ਇੱਕੋ ਨਾਰਾ, ਕਿਸੇ ਦੇ ਹੱਕ 'ਚ ਨਹੀਂ ਉਹਨਾਂ ਨੇ ਬੋਲਣਾ, ਸਿਰਫ ਤੇ ਸਿਰਫ ਇਸ ਸਰਕਾਰ ਤੋਂ ਛੁਟਕਾਰਾ ਕਿਵੇਂ ਪਾਇਆ ਜਾਏ, ਜਿਨ੍ਹਾਂ ਦਾ ਕਿ ਜ਼ਿਆਦਾ ਤੋਂ ਜ਼ਿਆਦਾ ਆਏ ਦਿਨ ਇੱਕ ਫਾਸਿਸਟ ਚਿਹਰਾ, ਜਿਹੜਾ ਫਾਸ਼ੀਵਾਦੀ ਚਿਹਰਾ ਨੰਗਾ ਹੋ ਰਿਹਾ, ਜਿੱਥੇ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ, ਜਿੱਥੇ ਘੱਟ ਗਿਣਤੀਆਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਜ਼ਾ ਦੇ ਕੇ ਔਰ ਉਹਨਾਂ ਨੂੰ ਇੱਕ ਅਲੱਗ ਥਲੱਗ ਕਰਕੇ ਉਹਨਾਂ ਨੂੰ ਨਫ਼ਰਤ ਦਾ ਇੱਕ ਟਾਰਗੇਟ ਬਣਾ ਕੇ ਪੇਸ਼ ਕੀਤਾ ਜਾ ਰਿਹਾ ਆ। ਉਹ ਸਾਰੇ ਦਾ ਸਾਰੇ ਦੇ ਵਿਰੁੱਧ ਇੱਕ ਲਾਮਬੰਦੀ ਹੈ। ਔਰ ਉਹਦੇ ਲਈ ਸਾਡੀਆਂ ਕਿਸਾਨ ਜਥੇਬੰਦੀਆਂ ਜਾਂ ਹੋਰ ਵੀ ਜਿਹੜੇ ਸਿਵਲ ਰਾਈਟਸ ਦੇ ਹੇਤੂ ਲੋਕ ਹੈਗੇ, ਉਹਨਾਂ ਨੂੰ ਸਮਝ ਇਹ ਪੈ ਰਹੀ ਹੈ ਕਿ ਜੇ ਇਹਨਾਂ ਨੂੰ ਵੈਸਟ ਬੰਗਾਲ ਦੇ ਵਿੱਚ ਧੂਲ ਚਟਾਤੀ ਜਾਏ ਤਾਂ ਫਿਰ ਬਾਕੀ ਜਗ੍ਹਾ 'ਤੇ ਉੱਠਣ ਜੋਗੇ ਨਹੀਂ, ਇਹਨਾਂ ਦੀ ਪਿੱਠ ਟੁੱਟ ਜੂਗੀ। ਫਿਰ ਇਹ ਅਡਾਂਦੇ ਡਿੱਗ ਪੈਣਗੇ ਊਠ, ਜਿਵੇਂ ਇੱਕ ਗੋਲੀ ਕਿਤੇ ਸਹੀ ਜਗ੍ਹਾ 'ਤੇ ਲੱਗ ਜੀ ਫਿਰ ਅਡਾਂਦਾ ਡਿੱਗ ਪੈਂਦਾ। ਇਹ ਉੱਥੇ ਦੀ ਜਿਹੜੀ ਇਹਨਾਂ ਨੂੰ ਮਾਰ ਵੋਟਾਂ ਦੀ ਜੇ ਐਤਕੀ ਪਊਗੀ ਤਾਂ ਫਿਰ ਇਹ ਬਾਕੀ ਜਗ੍ਹਾ ਦੇ ਇਹਨਾਂ ਦੇ ਸੁਪਨੇ ਚਕਨਾਚੂਰ ਵਨ ਆਫਟਰ ਦਾ ਅਦਰ ਹੋਣੇ ਸ਼ੁਰੂ ਹੋ ਜਾਣਗੇ। ਜਿਹੜੀ ਇਹਨਾਂ ਨੇ ਅੱਤ ਚੁੱਕੀ ਆ, ਕਿਤੇ ਸਰਕਾਰਾਂ ਤੋੜਤੀਆਂ, ਕਿਤੇ ਖਰੀਦ ਲਏ, ਕਿਤੇ ਬੰਦੇ ਖਰੀਦ ਲਏ, ਕਿਤੇ ਧੱਕਾ ਕਰ ਲਿਆ, ਕਿਤੇ ਨਫ਼ਰਤ ਫੈਲਾਤੀ, ਕਿਤੇ ਲੋਕਾਂ ਨੂੰ ਲੜਾਤਾ, ਇਹ ਸਾਰੀਆਂ ਛੋਟੀਆਂ ਗੱਲਾਂ ਨੇ। ਦੇਸ਼ ਦੇ ਅੰਦਰ ਇੱਕ ਬਹੁਤ ਹੀ ਕਿਸਮ ਦੀ ਨਫ਼ਰਤੀ ਜ਼ਹਿਰ ਨੂੰ ਪਾ ਦੇਣਾ, ਇਹਨੂੰ ਕਿਵੇਂ ਇਕੱਠਾ ਕਰੋਗੇ ਬਾਅਦ ਵਿੱਚ? ਬਿਲਕੁਲ, ਇਹ ਸਾਰੀ ਚੀਜ਼ਾਂ ਹੁਣ ਲੋਕ ਵੀ ਸਮਝਣ ਲੱਗ ਗਏ ਨੇ, ਲੋਕ ਜਾਗਰੂਕ ਹੋ ਗਏ, ਅਵੇਅਰ ਹੋ ਗਏ। ਸੋ ਹੁਣ 100 ਦਿਨ ਤੱਕ ਅਸੀਂ ਦੇਖਿਆ ਕਿ ਬਹੁਤ ਸਾਰੀਆਂ ਚੁਣੌਤੀਆਂ ਉੱਥੇ ਬੈਠੇ ਕਿਸਾਨਾਂ ਨੇ ਉਹਨਾਂ ਨੂੰ ਪਾਰ ਕੀਤਾ। ਚਾਹੇ ਫਿਰ 26 ਤੋਂ ਬਾਅਦ ਜ਼ਿਆਦਾ ਵੱਡੀਆਂ ਚੁਣੌਤੀਆਂ ਵੀ ਰਹੀਆਂ ਉਹਨਾਂ ਦੇ ਲਈ। ਬਹੁਤ ਸਾਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਬਹੁਤਾਂ ਨੂੰ ਹਿਰਾਸਤ ਵਿੱਚ ਰੱਖ ਕੇ ਉਹਨਾਂ ਨੂੰ ਟੌਰਚਰ ਵੀ ਕੀਤਾ ਗਿਆ। ਜਦੋਂ ਜੇਲ੍ਹਾਂ ਤੋਂ ਬਾਹਰ ਆਏ ਤਾਂ ਉਹਨਾਂ ਨੇ ਆਪਣੀਆਂ ਜਿਹੜੀਆਂ ਉਹ ਦਰਦ ਭਰੀਆਂ ਕਹਾਣੀਆਂ ਵੀ ਜਿਹੜੀਆਂ ਸੁਣਾਈਆਂ, ਪੁਲਿਸ ਦਾ ਤਸ਼ੱਦਦ ਕਿਵੇਂ ਹੋਇਆ ਉਹ ਵੀ ਉਹਨਾਂ ਨੇ ਸੁਣਾਇਆ। ਸੋ ਹੁਣ ਇੱਥੇ 2-3 ਚੀਜ਼ਾਂ ਨੇ, ਕਿਉਂਕਿ ਹੁਣ 100 ਦਿਨ ਦਾ ਜਿਹੜਾ ਸਫ਼ਰ ਆ ਉਹ ਜਿਹੜਾ ਪੂਰਾ ਕਰ ਲਿਆ, ਤੇ ਕਿੱਥੇ ਸਰਕਾਰ ਖੜੀ ਆ, ਕਿੱਥੇ ਕਿਸਾਨ ਜਥੇਬੰਦੀਆਂ, ਕਿੱਥੇ ਕਿਸਾਨ ਅੰਦੋਲਨ ਖੜਾ ਆ, ਉਸ ਉੱਤੇ ਥੋੜ੍ਹਾ ਐਨਾਲਿਸਿਸ ਕਰਨਾ ਬੜਾ ਜ਼ਰੂਰੀ ਆ। ਕਿਉਂਕਿ ਸਰਕਾਰ ਅਜੇ ਵੀ ਇਹੀ ਕਹਿ ਰਹੀ ਹੈ ਕਿ ਅਸੀਂ ਗੱਲਬਾਤ ਕਰਨ ਨੂੰ ਤਿਆਰ ਆ। 26 ਤੋਂ ਬਾਅਦ ਗੱਲਬਾਤ ਦਾ ਜਿਹੜਾ ਦੌਰ ਉਹ ਰੁਕ ਗਿਆ ਆ। ਗੱਲਬਾਤ ਦੁਬਾਰਾ ਕੀ ਲੱਗਦਾ ਕਿ ਹੁਣ ਹੋਏਗੀ, ਕਦੋਂ ਹੋ ਪਾਏਗੀ, ਕਦੋਂ ਪੋਸੀਬਲ ਹੋਏਗਾ, ਜਾਂ ਅਜੇ ਤੱਕ ਨਾਪ ਤੋਲ ਹੀ ਚੱਲ ਰਿਹਾ ਹੈ ਕਿ ਇੱਕ ਦੂਸਰੇ ਨੂੰ ਜਿਹੜਾ ਉਹ ਦੇਖਿਆ ਜਾ ਰਿਹਾ ਹੈ ਕਿ ਇਹ ਕਿੱਥੇ ਕੁ ਜਿਹੜਾ ਮੰਨ ਪਾਉਣਗੇ, ਜਾਂ ਸਰਕਾਰ ਕਿੰਨੀ ਕੁ ਹੋਰ ਝੁਕਦੀ ਆ, ਕਿਵੇਂ ਝੁਕਦੀ ਹੈ? ਕੌਮਿਤਾ, ਇਹ ਠੀਕ ਹੈ ਜਦੋਂ ਨਵੀਂ ਸਰਕਾਰ ਵੀ ਕੋਈ ਬਣਦੀ ਆ ਤਾਂ ਉਹਦਾ 100 ਦਿਨ ਦਾ ਸਰਕਾਰ ਦੀ ਪਰਫਾਰਮੈਂਸ ਦਾ ਲੇਖਾ ਜੋਖਾ ਕੀਤਾ ਜਾਂਦਾ। ਤੇ ਸਾਡੀ ਵੀ ਇਸ ਜਦੋਜਹਿਦ ਦਾ 100 ਦਿਨ ਦਾ ਲੇਖਾ ਜੋਖਾ ਮੀਡੀਆ ਵੀ ਕਰ ਰਿਹਾ, ਅਸੀਂ ਵੀ ਕਰ ਰਹੇ ਹਾਂ। ਮੋਟੇ ਤੌਰ 'ਤੇ ਮੈਨੂੰ ਲੱਗਦਾ ਕਿ ਕਿਸਾਨ ਲਗਾਤਾਰ ਚੜ੍ਹਾਈਆਂ ਵੱਲ ਆ। ਮੈਂ ਕੋਈ ਉਹਨਾਂ ਦਾ ਇਸ ਕਰਕੇ ਨਹੀਂ ਕਿ ਮੈਂ ਹਮੇਸ਼ਾ ਉਹਨਾਂ ਦੇ ਹੱਕ 'ਚ ਬੋਲਦਾ, ਜਾਂ ਮੈਂ ਖੁਦ ਕਿਸਾਨ ਬੈਕਗਰਾਊਂਡ 'ਚ ਹੋਣ ਕਰਕੇ ਜਾਣੀ ਉਹਨਾਂ ਦੀ ਬੋਲੀ ਬੋਲਦਾ, ਮੈਂ ਇਸ ਸੈਂਸ ਵਿੱਚ ਨਹੀਂ ਕਹਿ ਰਿਹਾ। ਫੈਕਟਸ ਇਹ ਹੈ ਕਿ ਇਹ ਮੂਵਮੈਂਟ 3 ਕਾਨੂੰਨਾਂ ਨੂੰ ਵਾਪਸ ਕਰਨ ਲਈ ਚੱਲੀ ਸੀ, ਔਰ ਇਹ ਸੀ ਵੀ ਚਲੋ ਜੇ ਵੱਡਾ ਹਿੱਸਾ ਇਹਨਾਂ ਦਾ ਨੱਲੀਫਾਈ ਹੋ ਜੇ ਤਾਂ ਬਹੁਤ ਆ, ਉੱਥੇ ਤੱਕ ਤਾਂ ਸਰਕਾਰ ਮੰਨਦੀ ਹੈ। ਪਰ ਜਦੋਂ ਜਿਵੇਂ ਜਿਵੇਂ ਮੂਵਮੈਂਟ ਦਾ ਫੈਲਾਅ ਹੋਇਆ ਅਤੇ ਜਿਵੇਂ ਜਿਵੇਂ ਲੋਕਾਂ ਦੇ ਵਿੱਚ ਜ਼ਮੀਨਾਂ ਨੂੰ ਬਚਾਉਣ ਦਾ ਇੱਕ ਡਿਟਰਮੀਨੇਸ਼ਨ ਆਇਆ ਕਿ ਨਹੀਂ, ਨਥਿੰਗ ਡੂਇੰਗ, ਅਸੀਂ 3 ਕਾਨੂੰਨ ਵਾਪਸ ਕਰਨ ਤੋਂ ਥੱਲੇ ਨਹੀਂ ਹਟਣਾ, ਅਤੇ ਉਹਨਾਂ ਨੇ ਨਾਲ ਇੱਕ MSP ਦੀ ਮੰਗ ਨੂੰ ਐਡ ਵੀ ਕੀਤਾ। ਹਾਲਾਂਕਿ ਸ਼ੁਰੂ ਤੋਂ ਵੀ ਸੀ, ਫਿਰ ਉਸ ਨੂੰ ਇੱਕ ਫੋਰਫਰੰਟ 'ਤੇ ਲੈ ਕੇ ਆ ਗਏ। ਹੁਣ ਇਸ ਤੋਂ ਮੈਂ ਕਹਿੰਦਾ ਕਿ ਜੇ ਇਹਨੇ ਪਿੱਛੇ ਹਟਣ ਦੀ ਜਗ੍ਹਾ ਸਗੋਂ ਹੋਰ ਜਿਹੜੇ ਮਸਲੇ ਨਾਲ ਐਡ ਕੀਤੇ ਆ ਕਿਸਾਨਾਂ ਨੇ, ਅਤੇ ਉਹਨਾਂ ਦਾ ਜਿਹੜਾ ਸ਼ਕਤੀ ਪ੍ਰਦਰਸ਼ਨ ਔਰ ਜਿਹੜੀ ਉਹਨਾਂ ਦੇ ਫੈਲਾਅ ਆ ਮੂਵਮੈਂਟ ਦਾ, ਜਿਹੜੀ ਉਹਨਾਂ ਦਾ ਲੋਕਾਂ ਵਿੱਚ ਪਕੜ ਹੈਗੀ ਆ, ਉਹ ਲਗਾਤਾਰ ਵੱਧ ਰਹੀ ਆ, ਗਹਿਰੀ ਵੀ ਹੋ ਰਹੀ ਆ ਅਤੇ ਉਹਦਾ ਫੈਲਾਅ ਵੀ ਹੋ ਰਿਹਾ। ਦੂਸਰੀ ਗੱਲ ਤੁਸੀਂ ਇਹ ਦੇਖੋ ਕਿ ਚੱਲੇ ਜਿਵੇਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿਸਾਨ ਅੰਦੋਲਨ ਤੋਂ 26 ਨਵੰਬਰ ਨੂੰ ਜਦੋਂ ਪਾਰ ਕਰਕੇ ਹਰਿਆਣੇ ਨੂੰ ਚਲੇ ਜਾਂਦੇ ਆ, ਅਤੇ ਪਹਿਲਾਂ ਹੀ ਉਹ ਜਨ ਅੰਦੋਲਨ ਕੌਮੀਤਾ ਬਣ ਚੁੱਕਾ ਸੀ ਜੀ। ਇਹਦਾ ਮਤਲਬ ਵੀ ਦੂਜੀ ਸਟੇਜ ਆ ਗਈ, ਕਿਸਾਨ ਅੰਦੋਲਨ ਤੋਂ ਜਨ ਅੰਦੋਲਨ ਬਣ ਗਿਆ। ਹੁਣ ਜਦੋਂ ਇਹ ਜਨ ਅੰਦੋਲਨ ਏਡੇ ਵੱਡੇ ਪੱਧਰ 'ਤੇ ਬਣਿਆ, ਤਾਂ ਉਹਦੇ ਵਿੱਚ ਅਸੀਂ ਦੇਖਿਆ ਕਿ ਕਿਵੇਂ ਕੀ ਖਿਡਾਰੀ, ਕੀ ਲਿਖਾਰੀ, ਕੀ ਪ੍ਰੋਫੈਸਰ, ਸਟੂਡੈਂਟ, ਨੌਜਵਾਨ, ਵਰਕਰ, ਹਰ ਕਿਸਮ ਦੇ ਹੋਰ ਜਿਹੜੇ ਲੋਕਾਂ ਦੀ ਸੇਵਾ ਕਰਨ ਵਾਲੇ ਹੈ ਨਾ, ਜਿਹੜੇ ਸਮਾਜ ਸੇਵੀ, ਫਿਰ ਇਸੇ ਤਰੀਕੇ ਨਾਲ ਬਹੁਤ ਸਾਰੇ ਲੰਗਰਾਂ, ਅਲੱਗ-ਅਲੱਗ ਕਿਸਮ ਦੇ ਵਪਾਰੀ, ਸਾਰੇ ਵਰਗ ਨਾਲ, ਸਾਰੇ ਵਰਗ, ਤਾਂ ਉਹਨੂੰ ਜਨ ਅੰਦੋਲਨ ਕਹਿੰਦੇ ਆ। ਹਰ ਕਿਸਮ ਦਾ ਉੱਥੇ ਲੰਗਰ ਲਾਤਾ। ਇਹਦਾ ਮਤਲਬ ਉਸ ਨੂੰ ਉਹਨਾਂ ਨੇ ਕੰਸੋਲੀਡੇਟ ਕੀਤਾ, ਉੱਥੇ ਜਾ ਕੇ
ਇੱਕ ਪਾਸੇ 17-18 ਕਿਲੋਮੀਟਰ ਟਿਕਰੀ ਤੇ ਔਰ ਦੂਜੇ ਪਾਸੇ 10 ਕਿਲੋਮੀਟਰ ਸਿੰਘੂ ਬਾਰਡਰ ਤੇ ਲੰਬਾ ਚੌੜਾ ਉੱਥੇ ਦੋ ਛਾਉਣੀਆਂ ਪਈਆਂ। ਤੀਜੀ ਗਾਜ਼ੀਪੁਰ ਤੇ ਜਿਹੜੀ ਛਾਉਣੀ ਪਈ ਹੈ ਉਸ ਨੂੰ ਕੰਸੋਲੀਡੇਟ ਕੀਤਾ। ਉਹ ਹੁਣ ਐਨ ਸਟੇਬਲ ਆ, ਫੌਜ ਉੱਥੇ ਬੈਠੀ ਆ, ਉਹ ਇੱਕ ਰੂਟੀਨ 'ਚ ਆਟੋ ਮੋਡ ਤੇ ਚਲੇ ਗਈ ਆ, ਉਹਨੂੰ ਕੋਈ ਹਿਲਾ ਨਹੀਂ ਸਕਦਾ। ਹੁਣ ਇਹਨਾਂ ਨੇ ਸੋਚਿਆ ਵੀ ਅੱਗੇ ਕੀ ਕਰੀਏ। ਅੱਗੇ ਦੋ ਕੰਮ ਕੀਤੇ। ਇੱਕ ਤੇ ਜਿੱਥੇ ਜਿੱਥੇ ਇਹ ਬੈਠੇ ਆ ਉੱਥੇ ਹੀ ਉਹਨਾਂ ਏਰੀਏ ਦੇ ਵਿੱਚ ਜਿੱਥੋਂ ਕਿਸਾਨ ਆਏ ਆ ਉੱਥੇ ਜਿਹੜੇ ਲੋਕ ਨਹੀਂ ਆ ਸਕਦੇ ਜਾਂ ਜਿਹੜੇ ਜਿਨ੍ਹਾਂ ਕੋਲ ਸਾਧਨ ਨਹੀਂ ਹੈ ਜਾਂ ਜਿਹੜੇ ਉੱਥੇ ਆ ਕੇ ਬਹੁਤੀ ਦੇਰ ਰਹਿ ਨਹੀਂ ਸਕਦੇ, ਉਹਨਾਂ ਨੂੰ ਐਜੂਕੇਟ ਕਰਨ ਲਈ ਵੱਡੀਆਂ ਵੱਡੀਆਂ ਮਹਾਂ ਪੰਚਾਇਤਾਂ ਕੀਤੀਆਂ। ਪੰਜਾਬ 'ਚ ਹੋਈਆਂ, ਹਰਿਆਣੇ 'ਚ ਹੋਈਆਂ, ਫਿਰ ਯੂਪੀ 'ਚ ਹੋਈਆਂ। ਨਾਲ ਹੀ ਇਹ ਫੈਸਲੇ ਕੀਤੇ ਕਿ ਇਹ ਜਿਹੜੇ ਬੰਦੇ ਜਿਹੜੇ ਲਗਾਤਾਰ RSS ਅਨਟੱਚੇਬਿਲਟੀ ਹੈ, ਛੂਆ-ਛੂਤ ਜਿਹਨੂੰ ਕਹਿੰਦੇ ਆ, ਉਹ ਦਲਿਤਾਂ ਦੇ ਵਿਰੁੱਧ ਕਰਦੀ ਰਹੀ ਹੈ। ਅੱਜ ਦੀ ਤਰੀਕ ਦੇ ਵਿੱਚ ਇਹਨਾਂ ਨਾਲ ਅਨਟੱਚੇਬਿਲਟੀ ਵਾਲਾ ਸਲੂਕ ਕਰੋ, ਜਿਹੜੇ ਸਾਰੀ ਉਮਰ ਇੱਕ ਬਹੁਤ ਵੱਡੇ ਔਰਤ ਨੂੰ ਥੱਲੇ ਦਿਖਾਉਂਦੇ ਰਹੇ ਆ ਕਿ ਇਹ ਨੀਚੀ ਹੈਗੀ ਹੈ ਨਾ। ਤਾਂ ਹੀ ਗੁਰੂ ਨਾਨਕ ਦੇਵ ਜੀ ਨੂੰ ਕਹਿਣਾ ਪਿਆ ਸੀਗਾ ਕਿ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ, ਵੀ ਜਿਹਦੇ ਸਾਰੀ ਦੁਨੀਆ ਜਿਹਦੇ ਸਿਰ 'ਤੇ ਖੜੀ ਆ ਉਹਨੂੰ ਤੁਸੀਂ ਨੀਚਾ ਦਿਖਾਉਂਦੇ ਆ। ਇਸੇ ਤਰੀਕੇ ਨਾਲ ਦਲਿਤਾਂ ਬਾਰੇ ਜਿਹੜੀ ਸਾਰੀ ਤੁਹਾਡੀ ਗੰਦਗੀ ਸਾਫ਼ ਕਰਦੇ ਆ, ਤੁਹਾਨੂੰ ਅਨਾਜ ਪੈਦਾ ਕਰਕੇ ਦੱਸਦੇ ਆ, ਉਹਨਾਂ ਨੂੰ ਤੁਸੀਂ ਸ਼ੂਦਰ ਜਾਂ ਦਲਿਤ ਅਨਟੱਚੇਬਲ ਕਹਿੰਦੇ। ਐਤਕੀ ਇਹਨਾਂ ਨੇ ਕਿਹਾ ਕਿ ਇਹ ਜਿਹੜੀ ਜ਼ਹਿਰੀਲੇ ਸੱਪ ਫਿਰਦੇ ਆ ਇਹ ਅਨਟੱਚੇਬਲ ਆ। ਅਸਲ 'ਚ ਉਹ 'ਚ ਖੱਟਰ ਦੀ ਖਾਟ ਖੜੀ ਕਰਤੀ, ਦੁਸ਼ਯੰਤ ਚਟਾਲੇ ਦੀ ਕਰਤੀ, ਉੱਧਰ ਕਰਤੀ। ਅਗਲਾ ਫੇਜ਼ ਦੇਖੋ ਤੁਸੀਂ, ਇਹਦੇ ਤੋਂ ਜਾਣੀ ਜਿਹੜੀਆਂ ਪਾਰਟੀਆਂ ਵੀ ਡਰੀਆਂ ਫਿਰਦੀਆਂ ਸੀ ਜਾਂ ਵਿਹਲੀਆਂ ਹੋ ਗਈਆਂ ਸੀ ਕਰੋਨਾ 'ਚ, ਉਹਨਾਂ ਨੇ ਕਿਹਾ ਬਹੁਤ ਹੋ ਗਿਆ, ਇੱਥੇ ਤੇ ਕਿਸਾਨ ਸਾਰੇ ਦੇਸ਼ ਦੀ ਰਾਜਨੀਤੀ 'ਤੇ ਕਬਜ਼ਾ ਕਰਨ ਨੂੰ ਫਿਰਦੇ ਆ, ਤੁਸੀਂ ਕਾਹਨੂੰ ਚੁੱਪ ਬੈਠੇ ਆ। ਅਤੇ ਅਗਲੀ ਨਾਲ ਜੁੜ ਗਈ ਕਿ ਕਿਤੇ ਪ੍ਰਿਯੰਕਾ ਗਾਂਧੀ ਅਤੇ ਕਦੇ ਜਯੰਤ ਚੌਧਰੀ ਅਤੇ ਕਦੇ ਹੋਰ ਸਾਰੇ ਬੰਦੇ। ਵੈਸੇ ਪੰਜਾਬ ਦੇ ਵਿੱਚ 21 ਤਰੀਕ ਨੂੰ ਕੇਜਰੀਵਾਲ ਨੇ ਆਪਣੀ ਰੈਲੀ ਰੱਖ ਲਈ ਮੋਗੇ ਦੇ ਨੇੜੇ, ਅਤੇ ਇਹ ਸਾਰੇ ਆਪੋ ਆਪਣੀਆਂ ਰਾਜਨੀਤਿਕ ਲੋਕ ਵੀ ਰੈਲੀਆਂ ਰੱਖਣ ਲੱਗ ਪਏ ਆ ਕਿਸਾਨਾਂ ਦੇ ਹੱਕ 'ਚ। ਅਤੇ ਕਿਸਾਨਾਂ ਦੀ ਜਿੱਤ ਨਹੀਂ ਕਿ ਜਿਹੜੇ ਲੀਡਰ ਕਿਸੇ ਨੂੰ ਪੁੱਛਦੇ ਤੱਕ ਨਹੀਂ ਸੀ ਤੇ ਜੁੱਤੀਆਂ ਘਸਾ ਕੇ ਬਾਹਰ ਹੀ ਮੁੜ ਜਾਂਦੇ ਸੀ ਵਿਚਾਰੇ, ਮੈਮੋਰੰਡਮ ਲੈਣ ਤੱਕ ਬਾਹਰ ਨਹੀਂ ਨਿਕਲਦੇ, ਉਹ ਰਾਜਨੀਤਿਕ ਲੀਡਰ ਉਹਨਾਂ ਦੇ ਹੱਕ 'ਚ ਮਜਬੂਰਨ ਵੱਡੇ ਪੱਧਰ 'ਤੇ ਰੈਲੀਆਂ ਕਰ ਰਹੇ ਆ। ਇਹ ਇੱਕ ਉਹਨਾਂ ਦੀ ਅਚੀਵਮੈਂਟ। ਇੱਥੇ ਹੀ ਬਸ ਨਹੀਂ, ਜਿਸ ਤਰ੍ਹਾਂ ਮੈਂ ਪਹਿਲਾਂ ਕਹਿ ਤਾ, ਅਗਲੀ ਗੱਲ ਇਹ ਕਿਸਾਨਾਂ ਨੂੰ ਇਹ ਪਤਾ ਲੱਗ ਗਿਆ ਕਿ ਜਦ ਤੱਕ ਇਹਨਾਂ ਨੂੰ ਦੇਸ਼ ਦੀ ਧਰਤੀ ਜਿੱਥੇ ਕਬਜ਼ਾ ਕਰੀ ਬੈਠੇ ਆ ਮੋਦੀ ਤੇ ਅਮਿਤ ਸ਼ਾਹ, ਇਹਨਾਂ ਨੂੰ ਥੱਲਿਓਂ ਹਿਲਾਇਆ ਨਹੀਂ ਜਾਂਦਾ। ਜਿੱਥੇ ਜਿੱਥੇ ਚੋਣਾਂ ਹੋ ਰਹੀਆਂ ਆਪਾਂ ਇਹਨਾਂ ਨੂੰ ਹਿਲਾ ਦਈਏ। ਜਦੋਂ ਇਹ ਬੈਕ ਫੁੱਟ 'ਤੇ ਹੋਣਗੇ ਫਿਰ ਇੱਧਰੋਂ ਸਿੰਘੂ ਟਿਕਰੀ ਦੇ ਉੱਤੇ ਹਮਲਾ ਬੋਲੀਏ, ਇਹਨਾਂ 'ਤੇ ਹਮਲਾ ਮਤਲਬ ਰਾਜਨੀਤਿਕ, ਬਿਲਕੁਲ, ਤਾਂ ਸਮਝ ਲੱਗ ਜੂਗੀ ਇਹਨਾਂ ਨੂੰ ਕਿ ਸਾਡੀ ਸ਼ਕਤੀ ਕੀ ਹੈ ਔਰ ਇਹ ਕਿੱਥੇ ਕੁ ਖੜੇ ਜਿਹੜੇ ਏਡੇ ਵੱਡੇ ਦਮਗਜੇ ਮਾਰਦੇ ਆ। ਕਿੰਨੇ ਕੁ ਇਸ ਦੇਸ਼ ਦੇ ਅੰਦਰ ਲੋਕ ਦੇਸ਼ ਭਗਤ ਆ, ਕਿੰਨੇ ਕੁ ਇਹਨਾਂ ਦੀ ਖਰੀਦੋ ਫਰੋਖਤ 'ਚ ਆ ਸਕਦੇ ਆ, ਕਿੰਨੇ ਕੁ ਵਿਕਾਊ ਮਾਲ ਆ, ਕਿੰਨੇ ਕੁ ਸਾਰਾ ਉਹ ਤਾਂ ਹੀਜ ਪਿਆਜ਼ ਜਿਹੜਾ ਨੰਗਾ ਹੋ ਜੂਗਾ। ਅਤੇ ਇਸ ਵੇਲੇ ਮੈਨੂੰ ਲੱਗਦਾ ਕਿ ਜਿਹੜਾ ਤੇ ਇਸ ਟੀਮ ਹੈ, ਇਸ ਫੌਜ ਦੀ ਜਿਹੜੀ ਲੜਾਕੂ ਫੌਜ ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਦੀ ਹੈਗੀ, ਉਸ ਦੀਆਂ ਚੜ੍ਹਾਈਆਂ ਉਹ ਬੈਕਫੁੱਟ 'ਤੇ ਨਹੀਂ ਕਿਤੇ ਵੀ, ਮਤਲਬ ਕਿਤੇ ਆਰਾਮ 'ਤੇ ਕੀਤਾ ਹੋ ਸਕਦਾ 5-7 ਦਿਨ, ਪਰ ਉਦੋਂ ਗਾਂ ਫੇਰ ਅੱਗੇ ਉਹਨਾਂ ਦਾ ਗ੍ਰਾਫ ਪੂਰਾ ਚੜ੍ਹਦਾ ਉੱਪਰ ਨੂੰ ਜਾ ਰਿਹਾ। ਔਰ ਇੱਥੇ ਤੱਕ ਕਿ ਜਿਹੜੀ ਸਧਾਰਨ 3 ਬਿੱਲਾਂ ਤੋਂ ਮੂਵਮੈਂਟ ਚੱਲੀ, ਉਹ ਅੱਜ ਦੀ ਤਰੀਕ ਦੇ ਵਿੱਚ ਮੋਦੀ ਦੇ ਗਲਾਵੇਂ ਨੂੰ ਹੱਥ ਨੂੰ ਪਾਉਣ ਨੂੰ ਬੈਠੀ ਹੋਈ ਆ ਜਾ ਕੇ ਵੈਸਟ ਬੰਗਾਲ 'ਚ। ਜੀ ਬਿਲਕੁਲ, ਇਸੇ ਚੀਜ਼ ਆ ਰਹੀ ਸੀ ਕਿ ਹੁਣ ਅੱਗੇ ਗੱਲਬਾਤ ਦਾ ਜਿਹੜਾ ਸਿਲਸਿਲਾ ਕੀ ਲੱਗਦਾ ਹੈ ਕਿ ਬਹੁਤ ਸਾਰੀਆਂ ਹੋਰ ਅੱਗੇ ਸਟੇਟਸ ਵਿੱਚ ਵੀ ਜਿਹੜਾ ਚੋਣਾਂ ਆ ਰਹੀਆਂ ਆ, ਅਤੇ ਉਹਨਾਂ ਨਤੀਜਿਆਂ ਤੋਂ ਬਾਅਦ ਲੱਗਦਾ ਕਿ ਕਿਤੇ ਸਰਕਾਰ ਆਪਣਾ ਜਿਹੜਾ ਉਹ ਨਾਪ ਤੋਲ ਕਰੇਗੀ ਕਿ ਹੁਣ ਅਸੀਂ ਕਿੱਥੇ ਕੁ ਖੜ੍ਹੇ ਹਾਂ ਜਾਂ ਹੁਣ ਸਾਨੂੰ ਕੀ ਫੈਸਲੇ ਲੈਣੇ ਚਾਹੀਦੇ ਆ। ਸੋ ਹੁਣ ਅੱਗੇ ਇਹ ਸਵਾਲ ਹੈ ਕਿ ਅੱਗੇ ਇਹ ਅੰਦੋਲਨ ਕਿੰਨਾ ਲੰਬਾ ਚੱਲ ਸਕਦਾ ਹੈ, ਕੀ ਰਣਨੀਤੀਆਂ। ਇੱਕ ਗੱਲ ਸਾਫ਼ ਹੈ ਕਿ ਹੁਣ ਲੋਕ ਸਮਝਦਾਰ ਹੋ ਗਏ, ਕਿਸਾਨ ਸਮਝਦਾਰ ਹੋ ਗਏ, ਜੋ ਰਣਨੀਤੀਆਂ ਸਰਕਾਰਾਂ ਬਣਾਉਂਦੀਆਂ ਸੀ, ਸੋ ਉਹਨਾਂ ਰਣਨੀਤੀਆਂ ਦਾ ਕਿਸਾਨ ਜਥੇਬੰਦੀਆਂ ਵੀ ਉਸੇ ਤਰੀਕੇ ਦੀਆਂ ਰਣਨੀਤੀਆਂ ਬਣਾ ਕੇ ਜਵਾਬ ਦੇ ਰਹੀਆਂ ਨੇ। ਜਿਵੇਂ ਹੁਣ ਵੱਖ-ਵੱਖ ਹੋਰ ਸਟੇਟਾਂ ਵਿੱਚ ਜਾ ਕੇ ਜਿਹੜਾ ਉਹ ਕਿਸਾਨਾਂ ਦੇ ਹੱਕ ਵਿੱਚ ਅਤੇ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ, ਜਿਹੜੀਆਂ ਲੋਕ ਵਿਰੋਧੀ ਨੀਤੀਆਂ ਨੇ, ਉਹਨਾਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ। ਸੋ ਅੱਗੇ ਹੁਣ ਕੀ ਲੱਗਦਾ ਕਿ ਕਿੱਥੇ ਗੱਲਬਾਤ ਤੁਰੇਗੀ, ਕਿੱਥੇ ਅੱਗੇ ਦੀ ਕੀ ਰਣਨੀਤੀ ਰਹਿਣ ਵਾਲੀ ਆ। ਕਿਸਾਨ ਅੰਦੋਲਨ ਤੇ ਸਰਕਾਰ ਦੇ ਵਿੱਚ ਜਿਹੜੀ ਜਿਹੜੀ ਖਿੱਚੋਤਾਣ ਬਣੀ ਹੋਈ ਹੈ, ਗੱਲਬਾਤ ਕਦੋਂ ਹੋਏਗੀ, ਕਿੱਧਰ ਨੂੰ ਜਾਏਗੀ। ਮੈਨੂੰ ਬੜੇ ਅਫਸੋਸ ਨਾਲ ਇੱਕ ਜਿਹੜੀ ਸਾਡੇ ਬਜ਼ੁਰਗ ਸਾਨੂੰ ਛੋਟੀ ਜਿਹੀ ਕਹਾਣੀ ਸੁਣਾਉਂਦੇ ਹੁੰਦੇ ਸੀ ਕਿ ਜਿਹੜੇ ਚੰਗੇ ਫੈਸਲੇ ਆ ਜਾਂ ਜਿਹੜੇ ਬਹੁਤ ਹੀ ਇੰਪੋਰਟੈਂਟ ਫੈਸਲੇ ਆ ਉਹ ਹੰਨੇ ਬੰਨੇ ਤੁਰੰਤ ਲੈ ਲੈਣੇ ਚਾਹੀਦੇ ਆ। ਜੇ ਤੁਸੀਂ ਉਹਨਾਂ ਨੂੰ ਲਮਕਾਉਂਦੇ ਆ ਤਾਂ ਉਹ ਇੰਝ ਹੋ ਜਾਂਦਾ ਵੀ ਕਿਸੇ ਚੋਰ ਨੂੰ
ਚੋਰੀ ਫੜੀ ਗਈ, ਉਹਨੂੰ ਕਿਹਾ ਵੀ ਦੱਸੋ ਤੈਨੂੰ ਕੀ ਸਜ਼ਾ ਦਈਏ, 2 ਸਜ਼ਾਵਾਂ ਆ, ਜਾਂ ਤੇ 100 ਛਿੱਤਰ ਖਾ ਲਾ ਤੇ ਜਾਂ ਤੂੰ 100 ਗੰਢੇ ਖਾ ਲਾ। ਉਹ ਕਹਿੰਦਾ ਯਾਰ ਛਿੱਤਰ ਖਾਣਾ ਤੇ ਬੜੀ ਬੇਇੱਜ਼ਤੀ ਵਾਲੀ ਗੱਲ ਹੈ ਵੀ 100 ਗੰਢੇ ਹੀ ਖਾ ਲੈਂਦੇ ਆ। ਉਹ ਖਾਣ ਲੱਗਾ ਕਈ ਘੰਟੇ ਖਾਂਦਾ ਰਿਹਾ। ਜਦੋਂ 80-90 ਗੰਢੇ ਖਾ ਲਏ ਕਹਿੰਦਾ ਯਾਰ ਇਹਦੇ ਨਾਲੋਂ ਤੇ 100 ਛਿੱਤਰ ਹੀ ਮਾਰ ਲਓ, ਹੋਰ ਨਹੀਂ ਖਾਦੇ ਜਾਂਦੇ। ਉਹ 100 ਛਿੱਤਰ ਵੀ ਖਾ ਗਿਆ, ਇੰਨੇ ਗੰਢੇ ਵੀ ਖਾ ਗਿਆ। ਇਹ ਮੋਦੀ ਸਰਕਾਰ ਨਾਲ ਬਿਲਕੁਲ ਇਹੋ ਹੀ ਹੋਣਾ। ਇਹਨਾਂ ਨੇ 3 ਕਾਨੂੰਨ ਤੇ ਵਾਪਸ ਲੈਣੇ, ਸਰਕਾਰ ਵੀ ਇੱਥੋਂ ਗਵਾ ਲੈਣੀ ਹੈ। ਇਹ ਮੈਂ ਤੈਨੂੰ ਅੱਜ ਬੜੇ ਪੱਕੀ ਗੱਲ ਕਹਿਣਾ। ਕਾਰਨ ਇਹਦਾ ਕੀ ਹੈ ਕਿ ਇਹਨਾਂ ਦਾ ਐਕਸਪੋਜ਼ਰ ਕੱਲਾ ਇਹ ਤਾਂ ਟੱਕੇ ਸੀ ਨਾ, ਉਹ ਸਾਰਾ ਕੁਝ ਅਜੇ ਪਿਛਲੇ 4 ਸਾਲਾਂ 'ਚ ਅਸੀਂ ਤਾਂ ਰੌਲਾ ਪਾਉਂਦੇ ਸੀ ਜਿਹੜੇ ਚੀਜ਼ਾਂ ਨੂੰ ਥੋੜ੍ਹਾ ਆਪਣੀ ਪੜ੍ਹਾਈ ਦੇ ਲਿਹਾਜ਼ ਨਾਲ, ਇਤਿਹਾਸ ਦੇ ਲਿਹਾਜ਼ ਨਾਲ ਜਾਂ ਆਪਣੇ ਤਜਰਬੇ 'ਚੋਂ, ਪਾਸਟ ਤਜਰਬੇ 'ਚੋਂ ਦੇਖ ਸਕਦੇ। ਜਿਨ੍ਹਾਂ ਨੇ ਐਮਰਜੈਂਸੀ ਦੇਖੀ ਹੋਈ ਹੈ ਇੰਦਰਾ ਗਾਂਧੀ ਵਾਲੀ 75 ਤੋਂ 77 ਵਾਲੀ, ਅਸੀਂ ਦੇਖ ਸਕਦੇ ਸੀ ਕਿ ਉਹਦੇ ਨਾਲੋਂ ਵੀ ਭਿਆਨਕ ਹਾਲਾਤ ਰਾਜਨੀਤਿਕ ਤੇ ਆਰਥਿਕ ਦੇਸ਼ ਦੇ ਅੰਦਰ ਬਣਦੇ ਜਾ ਰਿਹਾ। ਤੇ ਇਹ ਤੇ ਸਿਵਲ ਵਾਰ ਵਾਲੀ ਸਿਚੁਏਸ਼ਨ ਬਣੂਗੀ ਜਾਂ ਫਿਰ ਟੋਟਲ ਫਾਸਿਸਟ ਕੰਟਰੋਲ ਇੱਥੇ ਦੀ ਰਾਜਨੀਤੀ ਤੇ ਹੋ ਜਾਊਗਾ, ਸੰਵਿਧਾਨ ਸਸਪੈਂਡ ਹੋ ਜਾਊਗਾ। ਇਹ ਜਿਹੜਾ ਇਹਨਾਂ ਕਾਨੂੰਨਾਂ ਦੇ ਬਹਾਨੇ ਇਹ ਸਾਰਾ ਚਿਹਰਾ ਵਨ ਆਫਟਰ ਦਾ ਅਦਰ ਲਗਾਤਾਰ ਨੰਗਾ ਹੋ ਰਿਹਾ ਔਰ ਬੜਾ ਸਾਫ਼ ਨਜ਼ਰ ਆ ਰਿਹਾ ਕਿ ਹੁਣ ਇਹ ਲੜਾਈ ਇੱਥੇ 3 ਕਾਨੂੰਨਾਂ ਤੇ ਨਹੀਂ ਰੁਕਣੀ। ਇਹ ਲੜਾਈ ਦੇਸ਼ ਦੇ ਅੰਦਰ ਸੰਵਿਧਾਨ ਬਚਾਉਣ ਦੀ ਆ। ਇਹ ਲੜਾਈ ਦੇਸ਼ ਦੇ ਅੰਦਰ ਦਲਿਤ ਸਮੁਦਾਇ ਨੂੰ ਸਸ਼ਕਤ ਕਰਨ ਦੀ ਹੋਊਗੀ। ਇਹ ਲੜਾਈ ਦੇਸ਼ ਦੇ ਅੰਦਰ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੋਊਗੀ। ਔਰ ਇਹ ਲੜਾਈ ਇਕੱਲੀ ਬਚਾਓ ਦੀ ਨਹੀਂ ਹੋਊਗੀ, ਸਾਡੇ ਹੱਕ ਇੱਥੇ ਰੱਖ ਵਾਲੀ ਵੀ ਗੱਲ ਚੱਲੂਗੀ। ਜਿਹੜੇ ਗੌਰਮੈਂਟ ਸਕੂਲ ਜਾਂ ਗੌਰਮੈਂਟ ਐਜੂਕੇਸ਼ਨ, ਜਿਹੜੀ ਹੈਲਥ ਸਿਸਟਮ ਜਾਂ ਜਿਹੜੀਆਂ ਵੀ ਬੇਸਿਕ ਕੌਮੀਤਾ ਅਮੈਨਿਟੀਜ਼ ਲੋਕਾਂ ਦੇ ਰਾਈਟ ਦੀਆਂ ਹੁੰਦੀਆਂ, ਮੈਟਰ ਆਫ ਰਾਈਟ, ਭਾਵੇਂ ਗਰੀਬ ਤੋਂ ਗਰੀਬ ਦੇਸ਼ ਹੋਵੇ, ਅਮੀਰ ਤੋਂ ਅਮੀਰ ਦੇਸ਼ ਹੋਵੇ, ਇਹ ਬੇਸਿਕ ਚੀਜ਼ਾਂ ਹਰ ਦੇਸ਼ ਦੀ ਡੈਮੋਕ੍ਰੇਸੀ ਡਿਲੀਵਰ ਕਰਦੀ। ਔਰ ਸਾਡੇ ਤੇ ਇਹਨਾਂ ਨੇ ਉਲਟੇ ਪੂਰਾ ਦੇਸ਼ ਵੇਚਣਾ ਲਾਤਾ, ਪਬਲਿਕ ਸੈਕਟਰ ਵੇਚਣਾ ਲਾਤਾ। ਤੇ ਦਲਿਤ ਕਿੱਥੇ, ਰਿਜ਼ਰਵੇਸ਼ਨ ਕਿੱਥੇ ਮਿਲੂਗੀ ਉਹਨਾਂ ਨੂੰ ਜੇ ਪੂਰਾ ਦੇਸ਼ ਹੀ ਵੇਚਤਾ? ਤੇ ਜੇ ਪਬਲਿਕ ਸੈਕਟਰ ਹੀ ਤੁਸੀਂ ਖਤਮ ਕਰਤਾ ਤੇ ਰਿਜ਼ਰਵੇਸ਼ਨ ਤੇ ਮਿਲਣੀ ਨਹੀਂ। ਇਸ ਲਈ ਇਹ ਸਾਰਿਆਂ ਦੇ ਜਿਹੜੀ ਜਨਰਦਨ ਦੇ ਵਿਰੁੱਧ ਇਹਨਾਂ ਲਗਾਤਾਰ ਇੱਕ ਸਟਾਂਸ ਚੱਲੀ ਜਾਂਦੀ ਸੀ। ਉਹ ਜਾਣੀ ਪਾਪਾਂ ਦਾ ਬੇੜਾ ਇਹਨਾਂ ਦਾ ਭਰ ਗਿਆ, ਹੁਣ ਲੱਗਾ ਡੁੱਬਣ। ਔਰ ਇਹ ਹੁਣ ਧੱਕਾ ਜਿਹੜੇ ਕਿਸਾਨ ਆ ਇੱਕ ਦੇਣਗੇ। ਇਸ ਲਈ ਇਸ ਕਿਸਾਨ ਮੂਵਮੈਂਟ ਨੂੰ ਛੋਟਿਆ ਕੇ ਨਹੀਂ, ਇਸੇ ਕਰਕੇ ਸਾਰੀ ਦੁਨੀਆ ਦੀ ਵੀ ਇਹਦੇ 'ਤੇ ਆਖਿਆ। ਔਰ ਇਸੇ ਕਰਕੇ ਮੈਂ ਇਸ ਨੂੰ ਮੰਨਦਾ ਕਿ ਭਾਰਤ ਦੀ, ਆਜ਼ਾਦ ਭਾਰਤ ਦੀ ਇਹ ਇੱਕ ਅਹਿਮ ਸਟੇਜ ਹੈਗੀ ਇੱਥੋਂ ਦੀ ਰਾਜਨੀਤੀ ਦੇ ਵਿੱਚ। ਔਰ ਇੱਥੇ ਇਹ ਟਰਨ ਲਊਗੀ, ਜਾਂ ਤਾਂ ਪੋਜ਼ੀਟਿਵ ਟਰਨ ਲੈ ਕੇ ਕਾਮਯਾਬ ਹੋ ਜੂਗੀ, ਨਹੀਂ ਤੇ ਜੇ ਮੋਦੀ ਹੁਣੀ ਫੌਜਾਂ ਚੜਾ ਦਿੰਦੇ ਆ ਇੱਥੇ ਤੱਕ ਗੱਲ ਹੋ ਸਕਦੀ, ਕਿਉਂਕਿ ਉਹਨਾਂ ਨੇ ਕੰਟਰੋਲ ਹਰ ਕਿਤੇ ਕੀਤਾ। ਤੁਹਾਨੂੰ ਪਤਾ ਤਿੰਨਾਂ ਹੀ ਸਾਡੇ ਵਿੰਗਸ ਆ, ਉਹਦਾ ਰਾਵਤ ਸਾਹਿਬ ਨੂੰ ਅੱਗੇ ਲਾਤਾ ਕਿ ਉਹ ਉਹਨੂੰ ਇੱਕ ਸੈਂਟਰਲਾਈਜ਼ ਫੋਰਸ ਉੱਥੇ ਵੀ ਬਣਾਤੀ। ਹਰ ਜਗ੍ਹਾ ਸੱਤਾ ਨੂੰ ਬਹੁਤ ਉਹਨਾਂ ਨੇ ਆਪਣੇ ਹੱਥਾਂ 'ਚ ਕੇਂਦਰਿਤ ਕਰ ਚੁੱਕੇ ਆ। ਸੂਬਿਆਂ ਦੀਆਂ ਸੱਤਾ ਨੂੰ ਵੀ ਆਪਣੇ ਕੇਂਦਰਿਤ ਕਰ ਚੁੱਕੇ ਆ। ਜਾਂ ਉਹ ਇਹ ਫੈਸਲਾ ਕਰਨਗੇ ਕਿ ਨਥਿੰਗ ਡੂਇੰਗ, ਅਸੀਂ ਤੇ ਲੋਕਾਂ ਨੂੰ ਜੁੱਤੀ ਦੇ ਥੱਲੇ ਰਾਜ ਕਰਨਾ ਹੀ ਕਰਨਾ, ਫਿਰ ਉਹ ਫਾਸਿਜ਼ਮ ਆ ਜਾਊਗਾ। ਸਾਡੇ ਵਰਗੇ ਜਿਹੜੇ ਇੱਥੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆ, ਉਹ ਜੇਲ੍ਹਾਂ ਪਿੱਛੇ ਬੈਠੇ ਆਪਣੀਆਂ ਜੇਲ੍ਹ ਡਾਇਰੀਆਂ ਲਿਖਦੇ ਹੋਣਗੇ। ਕੋਈ ਡਰ ਨਹੀਂ, ਤਿਆਰ ਤੇ ਰਹਿਣਾ ਚਾਹੀਦਾ। ਜੇ ਪਹਿਲਾਂ ਸਾਨੂੰ ਮੌਕਾ ਨਹੀਂ ਮਿਲਿਆ ਆਜ਼ਾਦ ਦੇਸ਼ ਨੂੰ ਆਜ਼ਾਦ ਕਰਾਉਣ ਦਾ, ਤੇ ਹੁਣ ਤੇ ਆਪਾਂ ਆਪਣੀ ਆਵਾਜ਼ ਰੱਖ ਕੇ ਜੇ ਸਾਨੂੰ ਇੰਨੇ ਕੁ ਤਗਮੇ ਜੇਲ੍ਹਾਂ 'ਚ ਜਾਣ ਦੇ ਹੋਰ ਮਿਲ ਸਕਦੇ ਆ, ਮੈਂ ਤਾਂ ਵੈਸੇ 2 ਮਹੀਨੇ ਪਹਿਲਾਂ ਕੱਢ ਚੁੱਕਾ ਸੰਨ 72 'ਚ, ਜੇ ਹੋਰ ਵੀ ਹੋ ਜਾਓਗੇ ਤਾਂ ਡਰਨ ਦੀ ਗੱਲ ਨਹੀਂ ਹੈਗੀ। ਪਰ ਇਹ ਇੱਧਰ ਨੂੰ ਟਰਨ ਹੋ ਸਕਦੀ, ਤੁਸੀਂ ਦੇਖਦੇ ਰਹੋ ਵਨ ਆਫਟਰ ਦਾ ਅਦਰ ਇਵੈਂਟ। ਪਰ ਵੈਸਟ ਬੰਗਾਲ ਇਸ ਸਾਰੀ ਗੱਲ 'ਚ ਇੱਕ ਕਰੂਸ਼ੀਅਲ ਮੋੜ ਹੋਊਗੀ। ਹੁਣ ਲੋਕਾਂ ਦਾ ਅਗਲਾ ਸਵਾਲ, ਸਾਡੇ ਬਾਹਰ ਬੈਠੇ ਖਾਸ ਕਰਕੇ ਜਿਹੜੇ ਸਰੋਤੇ ਹੁੰਦੇ, ਉਹਨਾਂ ਦਾ ਬਹੁਤ ਬਾਰ-ਬਾਰ ਇਹ ਸਵਾਲ ਹੁੰਦਾ ਕਿ ਜੇ EVS ਮਸ਼ੀਨਾਂ ਤੁਸੀਂ ਨਾ ਇੱਥੇ ਰਿਪਲੇਸ ਕੀਤੀਆਂ, ਬੈਲਟ ਪੇਪਰ ਵਾਲਾ ਨਾ ਲੈ ਕੇ ਆਏ, ਤਾਂ ਇਹ ਫਿਰ ਵੀ ਇਲੈਕਸ਼ਨ ਜਿੱਤੂਗਾ। ਬਿਲਕੁਲ, ਇਹ ਚੀਜ਼ ਲੋਕਾਂ ਵਿੱਚ ਬਹੁਤ ਹੈ। ਲੋਕੀ ਬਾਰ-ਬਾਰ ਇਹ ਕਹਿ ਰਹੇ ਕਿ EVM ਦਾ ਵਿਰੋਧ ਕੀਤਾ ਜਾਣਾ ਚਾਹੀਦਾ, EVM ਬੰਦ ਹੋਣੀਆਂ ਚਾਹੀਦੀਆਂ ਆ। ਸੋ ਇਸ ਨੂੰ ਲੈ ਕੇ ਇੱਕ ਵੱਡਾ ਸਵਾਲ ਹਮੇਸ਼ਾ ਜਿਹੜਾ ਉਹ ਆਉਂਦਾ ਹੈ ਚੋਣਾਂ ਦੇ ਨਜ਼ਦੀਕ। ਮੈਂ ਬਹੁਤ ਹੈਰਾਨ ਹਾਂ ਕੌਮੀਤਾ ਕਿ ਇਹ ਮੇਰੇ ਕਹਿਣ ਤੁਹਾਡੇ ਕਹਿਣ ਨਾਲ ਨਹੀਂ ਹੋਣਾ। ਜਿੰਨੀਆਂ ਵਿਰੋਧੀ ਪਾਰਟੀਆਂ ਇਹਦੇ 'ਤੇ ਸਿਰ ਧੜ ਦੀ ਬਾਜੀ ਕਿਉਂ ਨਹੀਂ ਲਾਉਂਦੀਆਂ, ਕਾਂਗਰਸ ਇਹਦੇ 'ਤੇ ਕਿਉਂ ਨਹੀਂ ਡਟ ਕੇ ਗੱਲ ਕਰਦੀ, ਜਿਹੜੀਆਂ ਹੋਰ ਸਮਾਜਵਾਦੀ ਪਾਰਟੀ, TMC, ਲੈਫਟ ਹੈਗੇ ਆ, ਜਿਹੜੀਆਂ ਵੀ ਵੱਡੀਆਂ DMK ਹੈਗੀਆਂ, ਉਹ ਇੱਕ ਸਾਂਝਾ ਮਹਾਜ ਬਣਾ ਕੇ ਪਹਿਲਾਂ ਰਾਸ਼ਟਰਪਤੀ ਨੂੰ ਆਪਣਾ ਮੰਗ ਪੱਤਰ ਦੇਣ ਕਿ ਅਸੀਂ EVM ਜਿਹੜੀਆਂ ਆਉਣ ਵਾਲੀਆਂ ਘੱਟੋ ਘੱਟ ਪਾਰਲੀਮੈਂਟ ਦੀਆਂ ਚੋਣਾਂ, ਜੇ ਹੁਣ ਨਹੀਂ ਤੇ ਉਹ ਸਾਰੀਆਂ ਰਿਪਲੇਸ ਕਰਤੀਆਂ ਜਾਣ। ਵੈਸੇ ਅੱਜ ਕੱਲ੍ਹ ਕੋਈ ਕੰਮ ਨਹੀਂ ਆ, ਤੁਸੀਂ 6 ਮਹੀਨੇ 'ਚ ਸਾਰਾ ਕੁਝ ਰਿਪਲੇਸ ਕਰ ਸਕਦੇ। ਬੈਲਟ ਪੇਪਰ ਹੀ ਛਾਪਣੇ, ਉਹਦੇ 'ਚ ਕੀ ਕਰਨਾ, ਪੇਪਰ ਕਦੇ ਵੀ ਛਾਪ ਲਓ। ਇਹ ਸਾਰੇ ਨੂੰ ਤੁਸੀਂ ਖਾਰਜ ਕਰਕੇ ਸੁੱਟ ਦਿਓ, ਕਿਤੇ ਤੋੜ ਕੇ ਸੁੱਟ ਦਿਓ, ਜਾਂ ਜਿੱਥੇ ਕਿਸੇ ਨੂੰ ਗਰੀਬ ਦੇਸ਼ਾਂ ਨੂੰ ਲੋੜ ਹੈ ਉੱਥੇ ਐਕਸਪੋਰਟ ਕਰ ਦਿਓ, ਜਿਨ੍ਹਾਂ ਨੂੰ ਅਜੇ ਇੰਨਾ ਕੋਈ ਬਹੁਤਾ ਫਰਕ ਨਹੀਂ ਪੈਂਦਾ। ਕਈ ਮੰਗਦੇ ਆ ਸਾਨੂੰ ਦਿਓ, ਉਹਨਾਂ ਨੂੰ ਭੇਜ ਦਿਓ, ਡੋਨੇਟ ਕਰ ਦਿਓ, ਨਹੀਂ ਵੇਚਣੀ।
ਪਰ ਤੁਸੀਂ ਇਹਨੂੰ ਗਲੋਂ ਲਾਉਣਾ ਚਾਹੀਦਾ, ਪਰ ਕਿਉਂ ਨਹੀਂ ਕਰਦੀਆਂ? ਮੈਂ ਬੜਾ ਹੈਰਾਨ ਹਾਂ ਕਿ ਉਹਨਾਂ ਨੂੰ ਇਸ ਸਿਸਟਮ ਦੇ ਵਿੱਚ ਭਰੋਸਾ, ਉਹਨਾਂ ਨੂੰ ਮੋਦੀ ਤੇ ਅਜੇ ਇੰਨਾ ਕੁ ਭਰੋਸਾ, ਸਾਨੂੰ ਤੇ ਨਹੀਂ ਇਸ ਗੱਲ ਦਾ ਹੈਗਾ। ਪਰ ਉਹ ਹੁਣ ਜੇ ਉਹਨਾਂ ਪਾਰਟੀਆਂ ਵੱਲੋਂ ਉੱਠੂਗੀ ਤੇ ਤੁਹਾਡੇ ਮੇਰੇ ਹਾਵਾਂ ਤੁਮਾਂ ਕਹਿਣ ਦੇ ਨਾਲ ਨਹੀਂ ਹੋਣੀ, ਪਰ ਅਸੀਂ ਉਹ ਲਗਾਤਾਰ ਆਵਾਜ਼ ਉਠਾਉਂਦੇ ਰਹਿੰਦੇ ਹਾਂ। ਇਸ ਕਰਕੇ ਜੇ ਤੁਸੀਂ ਜਿਹੜਾ 100 ਦਿਨ ਦਾ ਪੁੱਛਿਆ ਮੈਨੂੰ ਕਿ ਕੀ ਖੋਇਆ ਕੀ ਪਾਇਆ, ਤੇ ਮੈਨੂੰ ਲੱਗਦਾ ਕਿ ਜਿਹੜੀ ਤੇ ਸਾਡੀ ਫੌਜ ਆ ਉਹ ਤਾਂ ਲਗਾਤਾਰ ਮਾਰਚ ਫਾਰਵਰਡ ਜਿਹੜੀ ਕਰ ਰਹੇ ਆ, ਹੈ ਨਾ, ਉਹ ਅੱਗੇ ਵਧ ਰਹੇ ਆ ਔਰ ਚੱਲਦੇ ਜਾਣੀ ਐਨ ਮੋਦੀ ਦੇ ਗੁਲਾਮੇ ਤੱਕ ਪਹੁੰਚਦੇ ਜਾਂਦੇ ਆ, ਇੰਚ ਬਾਈ ਇੰਚ। ਔਰ ਉਹ ਤੁਸੀਂ ਦੇਖੋ ਉਹਦੇ 'ਚ ਕਾਮਯਾਬੀ ਹੋਣਗੇ, ਕਿਉਂਕਿ ਉਹ ਸੱਚ ਦੀ ਆਵਾਜ਼ ਆ, ਇਨਸਾਫ ਦੀ ਆਵਾਜ਼ ਆ, ਲੋਕ ਹਿੱਤ ਦੀ ਆਵਾਜ਼। ਦੂਜੇ ਪਾਸੇ ਇਹਨਾਂ ਨੇ ਕੀ ਕੀਤਾ? ਇਹਨਾਂ ਨੇ, ਤੁਹਾਨੂੰ ਯਾਦ ਆ, ਇਹਨਾਂ ਦਾ ਵੀ ਤੇ ਥੋੜਾ ਕਰ ਲਿਆ ਨਾ ਸਰਕਾਰ ਦਾ ਵੀ ਇਹਨਾਂ ਨੇ 100 ਦਿਨ 'ਚ ਕੀ ਕੀਤਾ। ਬਿਲਕੁਲ ਇਹਨਾਂ ਨੇ ਸ਼ੁਰੂ 'ਚ ਤੁਹਾਨੂੰ ਪਤਾ ਕਹਿੰਦੇ ਲੈ ਜੀ ਇਹਨਾਂ ਨੂੰ ਪਤਾ ਹੀ ਨਹੀਂ ਹੈ, ਕਾਨੂੰਨ ਤੇ ਬਹੁਤ ਚੰਗੇ ਆ, ਅਸੀਂ ਤੇ ਆਮਦਨ ਦੁੱਗਣੀ ਕਰਨ ਚੱਲੇ ਆ। ਇਹਨਾਂ ਨੂੰ ਬੇਵਕੂਫਾਂ ਨੂੰ ਆਪਣੀ ਆਮਦਨ ਦੁੱਗਣੀ ਦਾ ਨਹੀਂ ਲੱਗਦਾ। ਤੇ ਉਹਦੇ 'ਚ ਫਿਰ ਇਹਨਾਂ ਨੇ ਬੰਦੇ 8 ਮਿਨਿਸਟਰਾਂ ਦੀ ਡਿਊਟੀ ਲਾਈ ਕਿ ਸਾਰੇ ਪਿੰਡਾਂ 'ਚ ਜ਼ਿਲ੍ਹਿਆਂ ਦੇ ਵਿੱਚ ਕਿਸਾਨ ਇਕੱਠੇ ਕਰਕੇ ਵੱਡੇ ਸਕਰੀਨ ਲਾ ਕੇ ਉਹਨਾਂ ਨੂੰ ਸਮਝਾਓ। ਸਿਆਂ ਕਿੰਨੀ ਚੰਗੀ ਗੱਲ ਕਰਨ ਲੱਗੇ। ਲੋਕ ਕਹਿੰਦੇ ਉਹ ਤੁਸੀਂ ਨਥਿੰਗ ਡੂਇੰਗ, ਅਸੀਂ ਤੁਹਾਡੀਆਂ ਬਦਮਾਸ਼ੀਆਂ ਨੂੰ ਜਾਣਦੇ। ਬਿਲਕੁਲ, ਲੋਕਾਂ ਨੇ ਤਾਂ ਉਲਟਾ ਬੀਜੇਪੀ ਲੀਡਰਾਂ ਦਾ ਬਾਹਰ ਨਿਕਲਣਾ ਔਖਾ ਹੋਇਆ ਪਿਆ, ਸਮਝਾਉਣਾ ਦੂਰ ਦੀ ਗੱਲ ਆ। ਲਗਾਤਾਰ ਪੰਜਾਬ ਵਿੱਚ ਵੀ ਦੇਖੀਏ ਤੇ ਬੀਜੇਪੀ ਦੇ ਜਿਹੜੇ ਲੀਡਰਾਂ ਦਾ ਹਰ ਆਏ ਦਿਨ ਜਿਹੜਾ ਉਹ ਵਿਰੋਧ ਹੁੰਦਾ ਹੈ। ਬਿਲਕੁਲ, ਤੇ ਉਹਦੇ ਤੋਂ ਜਦੋਂ ਇਹ ਨਹੀਂ ਚੱਲੀ ਫਿਰ ਇਹਨਾਂ ਨੇ ਕਿਹਾ ਚੰਗਾ ਜੀ ਜੋ ਵੀ ਕਹੋ, ਅਮਿਤ ਸ਼ਾਹ ਨੇ ਖੁਦ ਬੁਲਾ ਕੇ ਕਿਹਾ ਜੋ ਵੀ ਕਹੋ ਅਸੀਂ ਸਾਰੀਆਂ ਚੀਜ਼ਾਂ ਵਾਪਸ ਲੈ ਲੈਂਦੇ, ਪਰ ਬਾਹਰਲੀ ਜਿਲਦ ਜਿਹੜੀ ਉਹਦੀ ਰਹਿਣ ਦਿਓ। ਇਹਨਾਂ ਨੇ ਕਿਹਾ ਕਿ ਇਹਦਾ ਮਤਲਬ ਤਾਂ ਅਸੀਂ ਇਹ ਮੰਨ ਲਿਆ ਕਿ ਕਾਨੂੰਨ ਤੇ ਠੀਕ ਹੈ ਪਰ ਅੰਦਰੋਂ ਮਾਲ ਗਲਤ ਆ। ਉਹ ਕਹਿੰਦੇ ਨਹੀਂ, ਇਹ ਦਾਰੂ ਹੀ ਨਹੀਂ ਸੁੱਟਣੀ, ਬੋਤਲ ਵੀ ਤੋੜ ਕੇ ਸੁੱਟਣੀ ਆ, ਮਤਲਬ ਸਾਨੂੰ ਬੋਤਲ ਨਹੀਂ ਚਾਹੀਦੀ, ਮੁੜ ਕੇ ਪਾ ਲਓਗੇ ਕੋਈ ਇਹਦੇ 'ਚ, ਦੁਬਾਰਾ ਪਾ ਲਓਗੇ। ਉਹਦਾ ਕਾਰਨ ਇੱਕ ਇਹ ਵੀ ਸੀ ਕਿ ਅਸਲ 'ਚ ਇਹਨਾਂ ਦੇ ਪ੍ਰੀਵਿਊ 'ਚ ਨਹੀਂ, ਪਾਰਲੀਮੈਂਟ ਦੇ ਪ੍ਰੀਵਿਊ, ਕੇਂਦਰੀ ਸਰਕਾਰ ਦੇ ਇਹ ਕਾਨੂੰਨ ਬਣਾਉਣਾ ਪ੍ਰੀਵਿਊ 'ਚ ਹੀ ਨਹੀਂ। ਜੇ ਅਸੀਂ ਇੱਕ ਵਾਰੀ ਮੰਨ ਲੈਨੇ ਆ ਪ੍ਰੀਵਿਊ ਨੂੰ ਤੇ ਇਹਦਾ ਮਤਲਬ ਅਸੀਂ ਫੋਰਐਵਰ ਅੱਗੇ ਤੋਂ ਸਰਕਾਰਾਂ ਫਿਰ ਇਹਦੇ 'ਚ ਕਰਦੀਆਂ ਰਹਿਣਗੀਆਂ। ਇੱਕ ਇਹ ਪੁਆਇੰਟ ਵੀ ਸੀ, ਇਸ ਕਰਕੇ ਉਹਨਾਂ ਨੇ ਕਿਹਾ ਕਿ ਨਥਿੰਗ ਡੂਇੰਗ, ਅਸੀਂ ਨਹੀਂ। ਫਿਰ ਸਰਕਾਰ ਕਹਿੰਦੀ ਹੁਣ ਹੌਲੀ ਚੰਗਾ ਫਿਰ ਅਸੀਂ ਇਹਨੂੰ ਲਾਗੂ ਨਹੀਂ ਕਰਦੇ, ਸਾਨੂੰ ਕੋਈ ਟਾਈਮ ਦੇ ਦਿਓ, ਵਾਪਸ ਨਹੀਂ ਕਰਨਾ, ਲਾਗੂ ਨਹੀਂ ਕਰ। ਲਾਗੂ ਦੀ ਸਸਪੈਂਸ਼ਨ ਦੀ ਅੰਦਰੋਂ ਅੰਦਰੀ ਗੱਲਾਂ ਕਿ ਉਹ 3 ਸਾਲ ਲਈ ਜਾਣੀ ਆ ਸਾਰੀ ਜਿਹੜੀ ਇਹਦੀ ਟਨਿਓਰ ਆ ਗੌਰਮੈਂਟ ਦੀ, ਉਹਦੇ ਲਈ ਵੀ ਥੱਲੇ ਜਾਣੀ ਸਰਕਾਰ ਇੱਥੇ ਬੈਠੀ ਸੀਗੀ, ਉੱਤਰਦੀ ਇੱਥੇ ਉੱਤਰਦੀ ਜਾ ਰਹੀ ਹੈ। ਔਰ ਜਿਹੜੇ ਸਾਡੀਆਂ ਫੌਜਾਂ ਇੱਥੋਂ ਧਰੱਤ ਤੋਂ ਚੱਲਦੀਆਂ ਇੱਥੇ ਆ ਕੇ ਬਹਿ ਗਈਆਂ। ਹੁਣ ਕਿੱਥੇ ਆ ਕੇ ਕਿੱਦਾਂ ਮੁਕਾਬਲਾ ਹੁੰਦਾ ਦੇਖਦੇ ਹਾਂ। ਇਸ ਵੇਲੇ ਜਿਹੜੇ ਲੋਕ ਸੱਤਾ ਦੀ ਜਾਂ ਕਹਿ ਲਓ ਜਾਂ ਲੋਕ ਅੰਦੋਲਨ ਦੀ ਧਾਰਾ ਜਿਹੜੀ ਆ ਉਹ ਤਿੱਖੀ ਵੀ ਆ ਤੇ ਵਿਸ਼ਾਲ ਵੀ ਹੁੰਦੀ ਜਾ ਰਹੀ ਆ, ਜਦ ਕਿ ਸਰਕਾਰ ਜਿਹੜੀ ਉਹ ਆਪਣੇ ਏਸੀ ਕਮਰਿਆਂ 'ਚੋਂ ਆਪਣੀ ਵੀਡੀਓ ਕਾਨਫਰੰਸਿੰਗ ਰਾਹੀਂ ਤੇ ਗੱਲਾਂ ਕਰ ਰਹੀ ਆ। ਬਾਹਰ ਨਿਕਲ ਕੇ ਨਾ ਤੇ ਮੀਡੀਆ ਨੂੰ ਫੇਸ ਕਰ ਪਾ ਰਹੇ ਆ ਮੋਦੀ ਜੀ, ਨਾ ਉਹਨਾਂ ਦੇ ਕੋਈ ਮਿਨਿਸਟਰ, ਤੇ ਨਾ ਹੀ ਉਹ ਕਿਸਾਨਾਂ ਨੂੰ ਫੇਸ ਕਰਨਾ ਪੈ ਰਿਹਾ। ਘਰੇ ਬੈਠੇ ਆ ਚੁੱਪ ਕਰਕੇ, ਤੇ ਸਟੇਲਮੇਟ ਜਿਹਨੂੰ ਜਮੂਦ ਕਹਿੰਦੇ, ਉਹ ਤੇ ਹਾਲ ਦੀ ਘੜੀ ਹੈ ਜੀ। ਬਿਲਕੁਲ ਸਰ, ਇਹ ਤਾਂ ਹੋ ਗਿਆ ਕਿ 100 ਦਿਨ ਦੇ ਵਿੱਚ ਕਿੱਥੇ ਕਿ ਕਿਸਾਨ ਜਥੇਬੰਦੀਆਂ ਖੜੀਆਂ ਨੇ, ਕਿੱਥੇ ਸਰਕਾਰ ਖੜੀ ਹੈ। ਹੁਣ ਇੱਕ FCI ਦਾ ਇੱਕ ਹੋਰ ਨਵਾਂ ਜਿਹੜਾ ਐਲਾਨ ਆਇਆ, ਉਸ 'ਤੇ ਕਾਫੀ ਬਵਾਲ ਹੋ ਰਿਹਾ। ਆੜ੍ਹਤੀਆਂ ਨੇ ਵੀ ਉਸ ਦਾ ਵਿਰੋਧ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ ਹੈ। ਕਿਵੇਂ ਦੇਖਦੇ ਹੋ ਉਸ ਨੂੰ? ਕਿਉਂ ਅਜਿਹਾ ਐਲਾਨ ਹੋਇਆ ਹੈ ਤੇ ਉਸ ਦੇ ਪਿੱਛੇ ਜਿਹੜਾ ਕੀ ਨਜ਼ਰ ਆਉਂਦਾ ਹੈ? ਦੇਖੋ, ਅਸਲ 'ਚ ਇਹੀ ਬੇਕਰਤੂਤੀਆਂ ਆ ਜਿਹਦੇ ਕਰਕੇ ਕਿਸਾਨ ਇੰਨੇ ਬੈਠੇ ਆ। ਸਾਂਤਾ ਕੁਮਾਰ ਕਮੇਟੀ ਮੇਰੇ ਖਿਆਲ 2005 'ਚ ਇਹਨਾਂ ਨੇ ਬਣਾਈ ਸੀ, ਉਹਨੇ ਇੱਕ ਆਪਣੀ ਰਿਪੋਰਟ ਵੀ ਦਿੱਤੀ ਸੀਗੀ ਕਿ FCI ਦੀ ਹੁਣ ਬਹੁਤੀ ਕਪੈਸਿਟੀ ਨਹੀਂ, ਨਾ ਉਹਨਾਂ ਨੂੰ ਲੋੜ ਆ, ਅਸੀਂ ਬਹੁਤ ਸਾਰਾ ਅਨਾਜ ਅਸੀਂ ਖਰੀਦ ਨਹੀਂ ਸਕਦੇ। ਉਸ ਦੇ ਐਜ਼ ਏ ਕਾਂਸੀਕੁਐਂਸ ਉਹ ਵਿੱਚ ਦੇ ਠੰਡੇ ਬਸਤੇ 'ਚ ਪਾਤੀ। ਦੁਬਾਰਾ ਚੋਣਾਂ 19 'ਚ ਜਿੱਤ ਲਈਆਂ ਕੇਂਦਰੀ ਸਰਕਾਰ ਨੇ, ਯੂਨੀਅਨ ਗਵਰਨਮੈਂਟ ਜਨਰਲ ਇਲੈਕਸ਼ਨਾਂ ਜਿੱਤ ਲਈਆਂ। ਹੁਣ ਉਹ ਸਾਰੇ ਜਿਹੜੇ ਲੋਕਾਂ ਨੂੰ ਵਾਅਦੇ ਕੀਤੇ ਪੁਰਾਣੇ, ਕਿਹਨੂੰ ਲੋਕਾਂ ਨੂੰ ਨਹੀਂ ਵਾਅਦੇ ਕੀਤੇ, ਜਿਹੜੇ ਕਾਰਪੋਰੇਟਾਂ ਨੂੰ, ਵਰਲਡ ਬੈਂਕ ਨੂੰ, WTO ਨੂੰ, IMF ਨੂੰ ਵਾਅਦੇ ਕੀਤੇ ਆ, ਉਹ ਹੁਣ ਪੂਰੇ ਕਰਨ 'ਤੇ ਉਤਰੇ ਹੋਏ ਆ 1 by 1। ਤੇ ਜਿਹਦੇ ਵਿੱਚ ਇਹ ਵੀ ਹੈਗਾ ਕਿ ਆਪਾਂ ਸਬਸਿਡੀ ਨਾ ਤੇ ਆਪਣੇ ਮਜ਼ਦੂਰਾਂ ਨੂੰ ਦੇਣੀ ਹੈ, ਜਿਹੜੇ ਦਲਿਤਾਂ ਨੂੰ ਜਿਹੜੀ ਆਟਾ ਦਾਲ ਸਕੀਮ ਜਾਂ ਹੋਰ ਇਹਨੂੰ ਹੌਲੀ ਫੇਜ਼ ਆਊਟ ਕਰਕੇ ਖ਼ਤਮ ਕਰਨਾ, ਨਾ ਅਸੀਂ ਉਹ ਕਹਿੰਦੇ ਤੁਸੀਂ ਸਬਸਿਡੀ ਜਿਹੜੀ ਹੈ ਆਪਣੇ ਇਹਨਾਂ ਨੂੰ ਦੇ ਸਕਦੇ ਹਾਂ ਫਾਰਮਰਜ਼ ਨੂੰ। ਤੇ ਉਸ ਦੇ ਸਬੰਧ ਵਿੱਚ ਜਿਹੜਾ FCI ਨੇ ਕੀ ਕੀਤਾ, ਹੁਣ ਇੱਕ ਸਰਕੂਲਰ ਕੱਢਿਆ ਕਿ ਅਸੀਂ ਸਿੱਧੇ ਪੈਸੇ ਖਾਤੇ 'ਚ ਪਾਵਾਂਗੇ ਜੀ। ਔਰ ਜੇ ਖਾਤੇ 'ਚ ਪਾਓਗੇ ਤੇ ਜਿਹੜੇ ਮਨੀ ਲੈਂਡਰ, ਜਿਹੜੇ ਮਨੀ ਲੈਂਡਰ ਨਹੀਂ ਕਹਿਣਾ ਚਾਹੀਦਾ, ਆੜ੍ਹਤੀ ਹੈ ਜਿਹੜੇ ਵਿੱਚ ਪੈਸੇ ਵੀ ਮਨੀ ਲੈਂਡਿੰਗ ਵੀ ਕਰਦੇ ਆ, ਪਰ ਜਿਹੜੇ ਆੜ੍ਹਤੀ ਹੈ ਉਸ ਕਿਸਾਨ ਤੇ ਸਿੱਧੇ ਸਿੰਪਲੀ ਟਰਾਲੀ ਲਿਆਉਂਦਾ ਤੇ ਉੱਥੇ ਜਾ ਕੇ ਦਾਣਾ ਆਪਣਾ ਸੁੱਟ ਦਿੰਦਾ। ਉੱਥੇ ਮਜ਼ਦੂਰ ਰੱਖਦੇ ਆ, ਉਹਨੂੰ ਛਾਨਣਾ ਮਰਵਾਉਂਦੇ ਆ, ਉਹਨੂੰ ਬਲੋਇੰਗ ਕਰਦੇ ਆ, ਉਹਨੂੰ ਬੋਰੀਆਂ ਦੀ ਜੁਗਾੜ ਕਰਦੇ ਆ, ਉਹਨੂੰ ਉਹਦੇ 'ਚ ਭਰਵਾਉਂਦੇ ਆ। ਫਿਰ ਆੜ੍ਹਤੀ ਆਪਣੀ ਸਰਵਿਸ ਦੇ ਪੈਸੇ ਵੀ ਲੈਂਦਾ 2.5% ਜੋ ਵੀ ਉਹ ਆਪਣਾ ਲੈਂਦਾ,
ਤੇ ਨਾਲ ਉਹ ਪੈਸਾ ਸਿੱਧਾ ਜਿਹੜਾ ਆਉਂਦਾ ਕਿਸਾਨ ਦੇ ਖਾਤੇ 'ਚ ਪੈਂਦਾ। ਕਿਸੇ ਕਿਸਾਨ ਨੇ ਕਿਹਾ ਕਿ ਸਾਨੂੰ ਆੜਤੀਏ 'ਚ ਨਹੀਂ ਚਾਹੀਦੇ। ਜੇ ਕਿਸਾਨ ਨਹੀਂ ਮੰਗ ਕਰਦਾ, ਕਿਸਾਨ ਤਿੰਨੇ ਕਾਲੇ ਕਾਨੂੰਨਾਂ ਦੀ ਨਹੀਂ ਮੰਗ ਕਰਦਾ, ਕਿਸਾਨ ਆੜਤੀਆਂ ਨੂੰ ਪਿੱਛੇ ਹਟਾਉਣ ਦੀ ਨਹੀਂ ਮੰਗ ਕਰਦਾ, ਠੂਏ ਲੜਦੇ ਆ ਰਾਤ ਨੂੰ ਕਿ ਤੂੰ ਇਹ ਉੱਠ ਕੇ ਨਵਾਂ ਕਾਨੂੰਨ ਕੱਢ ਦਿੰਦੇ, ਮੈਨੂੰ ਸਮਝ ਨਹੀਂ ਆਉਂਦੀ। ਇਸ ਲਈ ਇਸ 'ਤੇ ਵੀ ਕੌਮੀ ਤਾਂ ਬੜਾ ਗੁੱਸਾ ਆ, ਰੋਸ਼ ਆ। ਮੈਂ ਲਾਸਟ ਗੱਲ ਇਹ ਕਹਿਣੀ ਚਾਹੁੰਦਾ ਕਿ ਇਹਨਾਂ ਦੇ ਮਨ ਵਿੱਚ ਆ ਕਿ ਕਿਸਾਨਾਂ ਨੂੰ ਤੇ ਆੜਤੀਆਂ ਨੂੰ ਆਪਸ ਵਿੱਚ ਲੜਾ ਦਈਏ। ਬਿਲਕੁਲ ਇਹੀ ਚੀਜ਼ ਕਿ ਇਸ ਦੇ ਪਿੱਛੇ ਕੀ ਨਜ਼ਰ ਆ ਰਿਹਾ? ਬਿਲਕੁਲ ਇਹਦੇ ਪਿੱਛੇ ਆ ਵੀ ਇਹਨਾਂ ਨੂੰ ਲੜਾ ਦਈਏ, ਕਿਸਾਨਾਂ ਦੀ ਮੂਵਮੈਂਟ ਕਮਜ਼ੋਰ ਹੋ ਜੂਗੀ। ਕਿਸਾਨ ਸ਼ਾਇਦ ਇਹਨਾਂ ਦੇ ਇਸ ਕਹਿਣ ਤੇ ਬੜੇ ਖੁਸ਼ ਹੋ ਜਾਣਗੇ, ਛਾਲਾਂ ਮਾਰਨਗੇ ਕਿ ਸਾਡੇ ਸਿੱਧੇ ਪੈਸੇ ਖਾਤੇ 'ਚ ਆ ਰਹੇ ਆ, ਆੜਤੀਆਂ ਦੀ ਸਾਨੂੰ ਲੋੜ ਨਹੀਂ, ਆੜਤੀਆਂ ਨੂੰ ਅਸੀਂ ਬਾਹਰ ਕੱਢ ਰਹੇ ਹਾਂ। ਦੂਜੇ ਪਾਸੇ 30-40% ਜ਼ਮੀਨ ਲੋਕ ਜਿਹੜੇ ਕਿਸਾਨ ਆ ਉਹ ਠੇਕੇ 'ਤੇ ਲੈ ਕੇ ਵਾਹ ਰਹੇ ਆ, ਤੇ ਉਹਨਾਂ ਨੂੰ ਵੀ ਇਸ ਗੱਲ ਦਾ ਨੁਕਸਾਨ ਹੋਊਗਾ ਕਿਉਂਕਿ ਇਹ ਮਾਲਕਾਂ ਨੂੰ ਜਿਹੜੇ ਪੈਸੇ ਸਿੱਧੇ ਉਹਨਾਂ ਦੇ ਖਾਤਿਆਂ 'ਚ ਜਾਣਗੇ, ਨਾ ਕਿ ਜਿਹੜੇ ਠੇਕੇ 'ਤੇ ਲੈ ਰਹੇ ਟੇਨਟ ਜਿਹਨੂੰ ਕਹਿੰਦੇ ਮਜਾਰੇ ਜਿਹੜੇ ਉਹਨਾਂ ਦੇ 'ਚ ਨਹੀਂ ਜਾਣਗੇ। ਉਹਨਾਂ ਦੀ ਲੜਾਈ ਆਪਸ ਵਿੱਚ ਪੈ ਜਾਊਗੀ। ਉਹ ਕਹਿਣਗੇ ਦੇਖੋ ਜੀ ਮਾਲਕ ਦੇ ਪੈਸੇ ਦੇ ਦਿੱਤੇ, ਮੈਨੂੰ ਨਹੀਂ ਦਿੱਤੇ ਆ, ਉਹਨੇ ਕੱਟ ਲਏ, ਉਹਨੇ ਕੱਟ। ਯਾਨੀ ਲੋਕਾਂ 'ਚ ਆਪਸੀ ਲੜਾਈਆਂ ਕਰਾਉਣ ਦਾ ਇੱਕ ਨਵਾਂ ਜਿਹੜਾ ਮੌਜੂ ਤਿਆਰ ਕਰ ਦਿੱਤਾ। ਇਹੀ ਇਹਨਾਂ ਦਾ ਕੰਮ ਆ, ਜਿਵੇਂ ਅੰਗਰੇਜ਼ ਕਰਦੇ ਸੀਗੇ, ਲਗਾਤਾਰ ਲੋਕਾਂ ਨੂੰ ਲੜਾਓ, ਕਮਜ਼ੋਰ ਰੱਖੋ ਔਰ ਆਪਣਾ ਰਾਜ ਚਲਾਈ ਰੱਖੋ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਸਾਰੀ ਵਿਚਾਰ ਚਰਚਾ ਦੇ ਲਈ। ਸੋ ਤੁਸੀਂ ਦੇਖਿਆ ਕਿ 100 ਦਿਨ ਦੇ ਵਿੱਚ ਕਿੱਥੇ ਸਰਕਾਰ ਖੜੀ ਹੈ ਤੇ ਕਿੱਥੇ ਕਿਸਾਨ ਅੰਦੋਲਨ, ਕਿੱਥੇ ਕਿਸਾਨ ਜਥੇਬੰਦੀਆਂ ਖੜੀਆਂ ਨੇ। ਸੋ ਹਰ ਅਪਡੇਟ ਲਈ ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਕਦਮ ਤੁਹਾਡੇ ਨਾਲ।